ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇਕਰ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ, ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ ਇਹ। ਅੱਜ ਆਪਾਂ ਕੰਟੀਨਿਊ ਕਰਨਾ ਆਪਣੇ ਇੰਗਲਿਸ਼ ਦਾ ਸਿਲੇਬਸ। ਠੀਕ ਹੈ ਜੀ, ਇੰਗਲਿਸ਼ ਦਾ ਜੋ ਆਪਾਂ ਟੌਪਿਕ ਸਟਾਰਟ ਕੀਤਾ ਹੋਇਆ ਸੀ ਇਫੈਕਟਿਵ ਟੀਚਿੰਗ ਸਕਿੱਲਸ, ਅੱਜ ਆਪਾਂ ਉਸ ਨੂੰ ਕੰਟੀਨਿਊ ਕਰ ਰਹੇ ਹਾਂ। ਤਾਂ ਬਿਲਕੁਲ ਉਸ ਨੂੰ ਅੱਜ ਆਪਾਂ ਕੰਪਲੀਟ ਕਰ ਦੇਵਾਂਗੇ। ਅੱਜ ਦੇ ਟੌਪਿਕ ਦੀ ਅੱਜ ਦੀ ਵੀਡੀਓ ਦੇ ਵਿੱਚ ਟੌਪਿਕ ਵੀ ਕੰਪਲੀਟ ਹੋ ਜਾਣਾ ਅਤੇ ਫਿਰ ਨੈਕਸਟ ਟੌਪਿਕ ਵੱਲ ਆਪਾਂ ਮੂਵ ਕਰਾਂਗੇ। ਤਾਂ ਇੱਕ ਇਨਫੋਰਮੇਸ਼ਨ ਹੈ, ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਪੀਐਸ ਟੈਟ ਦੇ ਲਈ, ਤਾਂ ਬਿਲਕੁਲ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਨਵੇਂ ਹੋ, ਠੀਕ ਹੈ, ਤਾਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਕਿ ਇਸ ਚੈਨਲ ਦੀ ਜੋ ਪਲੇਲਿਸਟ ਹੈ ਤੁਸੀਂ ਉੱਥੇ ਜਾ ਕੇ ਦੇਖੋਗੇ ਤਾਂ ਹਰ ਇੱਕ ਸਬਜੈਕਟ ਦਾ ਇੱਕ ਰੈਗੂਲਰ ਕਲਾਸਿਸ ਦੇ ਤੌਰ 'ਤੇ ਤੁਹਾਨੂੰ ਸਾਰਾ ਮਟੀਰੀਅਲ ਨਜ਼ਰ ਆਏਗਾ। ਇਸ ਤੋਂ ਇਲਾਵਾ ਜੋ ਨੋਟਸ ਨੇ ਉਹ ਵੀ ਇੱਕ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਨੇ ਟੈਲੀਗ੍ਰਾਮ ਚੈਨਲ ਦੇ ਵਿੱਚ, ਜਿਸ ਦਾ ਜੋ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਤਾਂ ਇਹ ਜੋ ਤਿਆਰੀ ਕਰਨਾ ਚਾਹੁੰਦੇ ਨੇ, ਜੋ ਸਟੂਡੈਂਟ ਜਿਨ੍ਹਾਂ ਨੂੰ ਮਟੀਰੀਅਲ ਨਹੀਂ ਮਿਲ ਪਾ ਰਿਹਾ, ਜਾਂ ਜਿਨ੍ਹਾਂ ਨੂੰ ਇੱਦਾਂ ਨਹੀਂ ਸਮਝ ਆ ਰਿਹਾ ਅਸੀਂ ਤਿਆਰੀ ਕਿਸ ਤਰੀਕੇ ਨਾਲ ਕਰੀਏ, ਤਾਂ ਬਹੁਤ ਹੈਲਪਫੁਲ ਹੈ ਉਹਨਾਂ ਸਾਰੇ ਲਈ ਚੈਨਲ ਰਾਈਟ ਔਨ। ਕਲੀਅਰ? ਤਾਂ ਬਿਲਕੁਲ ਚਲੋ ਦੇਖਦੇ ਹਾਂ, ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ, ਜਿਹਦਾ ਨਾਮ ਤੁਹਾਡੇ ਸਾਹਮਣੇ ਹੈ ਇਫੈਕਟਿਵ ਟੀਚਿੰਗ ਸਕਿੱਲਸ, ਜੋ ਕਿ ਇੰਗਲਿਸ਼ ਪੈਡਾਗੋਜੀ ਦਾ ਹੀ ਇੱਕ ਟੌਪਿਕ ਹੈ। ਇੰਪੋਰਟੈਂਟ ਟੌਪਿਕ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਔਰ ਅੱਜ ਦੀ ਵੀਡੀਓ 'ਚ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇਹ ਟੌਪਿਕ ਕੰਪਲੀਟ ਹੋ ਜਾਣਾ ਹੈ। ਅੱਜ ਦੀ ਵੀਡੀਓ ਦੇ ਵਿੱਚ ਕਿਸੇ ਨੂੰ ਵੀ ਕੋਈ ਡਿਫਿਕਲਟੀ ਨਹੀਂ ਆਉਣੀ ਜੇਕਰ ਤੁਸੀਂ ਇਫੈਕਟਿਵ ਟੀਚਿੰਗ ਸਕਿੱਲ ਦਾ ਫਸਟ ਲੈਕਚਰ, ਮਤਲਬ ਕਿ ਲੈਕਚਰ ਨੰਬਰ 12 ਤੁਸੀਂ ਦੇਖਿਆ ਹੋਇਆ। ਜੇਕਰ ਤੁਸੀਂ ਉਹ ਨਹੀਂ ਦੇਖਿਆ ਤਾਂ ਪਹਿਲਾਂ ਉਸ ਨੂੰ ਦੇਖ ਲਓ, ਕਿਉਂਕਿ ਅੱਜ ਆਪਾਂ ਕੀ ਕਵਰ ਕਰਨਾ ਹੈ। ਪਹਿਲਾਂ ਆਪਾਂ ਜੋ ਪ੍ਰੀਵੀਅਸ ਵੀਡੀਓ ਸੀ ਉਹਦੇ ਵਿੱਚ ਆਪਾਂ ਡਾਕਟਰ ਪੀ ਕੇ ਪਾਸੀ ਦੁਆਰਾ ਦਿੱਤੀਆਂ ਗਈਆਂ ਜੋ ਪ੍ਰਿੰਸੀਪਲ ਸੀਗੇ ਇਫੈਕਟਿਵ ਟੀਚਿੰਗ ਸਕਿੱਲ ਦੇ, ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਕਵਰ ਕੀਤਾ ਸੀ, ਜੋ ਕਿ 12 ਸੀ। ਠੀਕ ਹੈ ਜੀ। ਅੱਜ ਆਪਾਂ ਏਲੀਅਨ ਅਤੇ ਰਿਆਨ ਦੁਆਰਾ ਦਿੱਤੇ ਗਏ ਨੇ ਜੋ, ਉਹਨਾਂ ਨੂੰ ਅੱਜ ਆਪਾਂ ਕਵਰ ਕਰਨਾ, ਜਿਹੜੇ ਕਿ ਨੇ 14 ਨੇ। ਔਰ ਬਿਲਕੁਲ ਕਾਫੀ ਹੱਦ ਤੱਕ ਆਪਾਂ ਇਹ ਕਹਿ ਸਕਦੇ ਕਿ ਜੇਕਰ ਤੁਹਾਡੇ ਡਾਕਟਰ ਪੀ ਕੇ ਪਾਸੀ ਵਾਲੇ ਕਲੀਅਰ ਨੇ ਤਾਂ ਇਹਨਾਂ ਨੂੰ ਤਾਂ ਸਮਝਣ ਦੇ ਵਿੱਚ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਹੋਣੀ, ਕਿਉਂਕਿ ਕਾਫੀ ਹੱਦ ਤੱਕ ਕਹਾਂਗੇ ਇੱਕ ਦੋ ਦਾ ਹੀ ਫਰਕ ਹੋਏਗਾ, ਥੋੜ੍ਹੇ ਬਹੁਤੇ ਨੇਮ ਦਾ ਫਰਕ ਹੋਏਗਾ, ਬਾਕੀ ਸਾਰੇ ਮੋਸਟਲੀ ਸੇਮ ਹੀ ਨੇ। ਠੀਕ ਹੈ, ਤਾਂ ਬਿਲਕੁਲ ਜੋ ਅੱਜ ਦਾ ਟੌਪਿਕ ਹੈ ਉਸਨੂੰ ਸਮਝਣ ਤੋਂ ਪਹਿਲਾਂ ਤੁਸੀਂ ਇਸਦਾ ਜੋ ਪ੍ਰੀਵੀਅਸ ਵੀਡੀਓ ਉਸਨੂੰ ਜ਼ਰੂਰ ਦੇਖੋ। ਠੀਕ ਹੈ, ਚੈਨਲ ਦੇ ਉੱਪਰ ਹੀ ਤੁਹਾਨੂੰ ਪਲੇਲਿਸਟ ਦੇ ਵਿੱਚ ਬੜੀ ਈਜ਼ੀਲੀ ਮਿਲ ਜਾਏਗਾ। ਨੈਕਸਟ ਅਗਰ ਗੱਲ ਕਰੀਏ ਅੱਜ ਦੇ ਟੌਪਿਕ ਦੀ, ਤਾਂ ਅੱਜ ਆਪਾਂ ਪ੍ਰਿੰਸੀਪਲ ਦੇਖ ਰਹੇ ਰਿਆਨ ਦੁਆਰਾ ਦਿੱਤੇ ਗਏ ਨੇ ਜੋ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਆਪਾਂ 14 ਸਟੈਪਸ ਬਾਰੇ ਗੱਲ ਕਰਨੀ ਹੈ। ਸਭ ਤੋਂ ਪਹਿਲਾ ਸਟੈਪ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਸੈਲਫ ਇੰਡਕਸ਼ਨ। ਸੈਲਫ ਇੰਡਕਸ਼ਨ ਦੇ ਵਿੱਚ ਦੇਖੋ ਜਿਹੜਾ ਉੱਥੇ ਆਪਾਂ ਪੜ੍ਹਿਆ ਸੀ ਰਿਟਨ ਆਬਜੈਕਸ਼ਨਸ ਦੇ ਵਿੱਚ ਡਾਕਟਰ ਪੀ ਕੇ ਪਾਸੀ ਦੁਆਰਾ ਦਿੱਤੇ ਗਏ ਜੋ ਉਹਨਾਂ ਦੇ ਪ੍ਰਿੰਸੀਪਲ ਸੀ, ਉਹਦੇ ਵਿੱਚ ਆਪਾਂ ਸੈਕਿੰਡ ਨੰਬਰ 'ਤੇ ਸਟੱਡੀ ਕੀਤਾ ਸੀ, ਜਿਹੜਾ ਸੀ ਆਪਾਂ ਕਹਿ ਸਕਦੇ ਹਾਂ ਕਿ ਰਿਟਨ ਇੰਸਟਰਕਸ਼ਨਲ ਆਬਜੈਕਟਿਵਸ। ਠੀਕ ਹੈ, ਤਾਂ ਬਿਲਕੁਲ ਉਹਦੇ ਵਿੱਚ ਆਪਾਂ ਕੀ ਦੇਖਿਆ ਸੀ ਕਿ ਜੋ ਆਪਾਂ ਜਦੋਂ ਕੋਈ ਵੀ ਟੌਪਿਕ ਸ਼ੁਰੂ ਕਰਦੇ ਹਾਂ ਤਾਂ ਉਹਦੀਆਂ ਜੋ ਇੰਸਟਰਕਸ਼ਨਸ ਨੇ ਆਪਣੇ ਬੋਰਡ ਦੇ ਉੱਪਰ ਕਲੀਨ ਬੋਰਡ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਆਪਾਂ ਉਹਦੇ ਵਿੱਚ ਪੜ੍ਹਿਆ ਸੀ ਕਿ ਉਹਦੇ ਉੱਪਰ ਇੰਸਟਰਕਸ਼ਨਸ ਪ੍ਰੋਪਰਲੀ ਲਿਖੀਆਂ ਹੋਣੀਆਂ ਚਾਹੀਦੀਆਂ ਨੇ ਕਿ ਹਾਂਜੀ ਸਾਡਾ ਚੈਪਟਰ ਨੰਬਰ ਇਹ ਹੈ, ਸਾਡਾ ਲੈਕਚਰ ਨੰਬਰ ਇੰਨਾ, ਸਭ ਕੁਛ ਆਪਾਂ ਉਹਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਿਆ ਸੀ ਕਿ ਇਹ ਚੈਪਟਰ ਨੰਬਰ ਆਪਾਂ ਕਹਿ ਸਕਦੇ ਹਾਂ ਕਿ ਨੰਬਰ ਕਿੰਨਾ ਹੈ, ਚੈਪਟਰ ਦਾ ਨੇਮ ਕੀ ਹੈ, ਲੈਕਚਰ ਦਾ ਨੰਬਰ ਕਿੰਨਾ ਹੈ, ਡੇਟ ਕੀ ਹੈ, ਬੋਰਡ ਕਲੀਨ ਹੋਣਾ ਚਾਹੀਦਾ। ਉਹ ਸਾਰਾ ਇੰਸਟਰਕਸ਼ਨਸ ਇੱਕ ਆਪਾਂ ਕਹਿ ਸਕਦੇ ਹਾਂ ਕਿ ਰਿਟਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਉਸ ਦਾ ਬਸ ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਆਪਾਂ ਦੇਖ ਪਾ ਰਹੇ ਕਿ ਸੈਲਫ ਇੰਡਕਸ਼ਨ ਦੇ ਵਿੱਚ ਉਸਨੂੰ ਇਸ ਦੇ ਨਾਮ ਨਾਲ ਇਸ ਨੂੰ ਰਿਪਰਜੈਂਟ ਕੀਤਾ ਗਿਆ। ਠੀਕ ਹੈ, ਫਰਕ ਦੋਨਾਂ ਦੇ ਵਿੱਚ ਕੋਈ ਨਹੀਂ ਹੈ। ਠੀਕ ਹੈ, ਇਸ ਦਾ ਮੇਨ ਮੋਟਿਵ ਕੀ ਹੁੰਦਾ ਹੈ ਤਾਂ ਕਿ ਬੱਚਿਆਂ ਨੂੰ ਆਪਾਂ ਟੌਪਿਕ ਨਾਲ ਇੰਟਰੋਡਿਊਸ ਕਰਵਾ ਸਕੀਏ। ਕਲੀਅਰ? ਕਿ ਬੱਚਿਆਂ ਨੂੰ ਆਪਾਂ ਟੌਪਿਕ ਦੇ ਨਾਲ ਇੰਟਰੋਡਿਊਸ ਕਰਵਾ ਸਕੀਏ ਤਾਂ ਕਿ ਜੋ ਬੱਚੇ ਦਾ ਫੋਕਸ ਹੈ ਉਹ ਕਿਸ ਦੇ ਉੱਪਰ ਰਵੇ, ਟੌਪਿਕ ਉੱਪਰ ਰਵੇ, ਬੱਚੇ ਦਾ ਜੋ ਇੰਟਰਸਟ ਹੈ ਉਹ ਟੌਪਿਕ ਦੇ ਵਿੱਚ ਇਨਕਰੀਜ਼ ਹੋਵੇ। ਅਤੇ ਇਸ ਦਾ ਮੇਨ ਮੋਟਿਵ ਹੁੰਦਾ ਹੈ ਕਿ ਬੱਚਿਆਂ ਨੂੰ ਆਪਾਂ ਕਹਿ ਸਕੀਏ ਇੱਕ ਤਰੀਕੇ ਨਾਲ ਸਿੰਪਲ ਸ਼ਬਦਾਂ ਵਿੱਚ ਉਹਨਾਂ ਦਾ ਇੱਕ ਫੋਕਸ ਹੈ ਜੋ ਟੌਪਿਕ ਦੇ ਉੱਪਰ ਰਹਿਣਾ ਚਾਹੀਦਾ। ਉਹਨਾਂ ਨੂੰ ਟੌਪਿਕ ਬਾਰੇ ਪੂਰੀ ਕਿਤੇ ਨਾ ਕਿਤੇ ਇੰਟਰੋਡਕਸ਼ਨ ਜੋ ਰਿਟਨ ਦੇ ਵਿੱਚ ਆਪਣੇ ਆਲ ਦ ਟਾਈਮ ਡਿਊਰਿੰਗ ਦ ਟੌਪਿਕ ਆਪਣੇ ਬੋਰਡ ਦੇ ਉੱਪਰ ਰਿਟਨ ਹੋਣੀ ਚਾਹੀਦੀ ਹੈ। ਠੀਕ ਹੈ, ਅਤੇ ਇਸ ਸੀਗਾ ਆਪਣਾ ਫਸਟ ਪ੍ਰਿੰਸੀਪਲ। ਸੈਕਿੰਡ ਅਗਰ ਆਪਾਂ ਗੱਲ ਕਰੀਏ ਅਤੇ ਇਹਦੇ ਬਾਰੇ ਤਾਂ ਆਪਾਂ ਬਿਲਕੁਲ ਗੱਲ ਕਰਕੇ ਆਏ ਸੀ ਐਕਸਟਰਨਲ ਐਨਰਜੀ ਦੇ ਨਾਮ 'ਤੇ। ਠੀਕ ਹੈ, ਸਟਿਮੂਲਸ ਬੱਚਿਆਂ ਨੂੰ ਟਾਈਮ ਟੂ ਟਾਈਮ ਦਿੰਦੇ ਰਹਿਣਾ ਚਾਹੀਦਾ। ਉਹਦੇ ਵਿੱਚ ਵੀ ਆਪਾਂ ਪੂਰਾ ਡਿਟੇਲ ਦੇ ਵਿੱਚ ਸਮਝਿਆ ਸੀ, ਇੱਥੇ ਇੱਕ ਵਾਰੀ ਦੁਬਾਰਾ ਸਮਝ ਲੈਂਦੇ ਹਾਂ, ਨਾਲ ਦਾ ਰਿਵੀਜ਼ਨ ਹੋ ਜਾਣੀ ਹੈ। ਠੀਕ ਹੈ, ਅਤੇ ਇੱਥੇ ਕੀ ਆਪਾਂ ਦੇਖ ਪਾ ਰਹੇ ਹਾਂ ਕਿ ਬੱਚਿਆਂ ਨੂੰ ਬਾਹਰੀ ਊਰਜਾ ਮਤਲਬ ਐਕਸਟਰਨਲ ਐਨਰਜੀ ਮਿਲਦੀ ਰਹਿਣੀ ਚਾਹੀਦੀ ਹੈ। ਲਾਈਕ ਅਗਰ ਆਪਾਂ ਕੋਈ ਕੁਐਸਚਨ ਆਨਸਰਿੰਗ ਕਰ ਰਹੇ ਹਾਂ ਕਲਾਸ ਦੇ ਵਿੱਚ, ਠੀਕ ਹੈ, ਤਾਂ ਉੱਥੇ ਆਪਾਂ ਅਗਰ ਕੋਈ ਬੱਚਾ ਆਨਸਰ ਦੇ ਰਿਹਾ ਦੈਨ ਉਸਦੀ ਪ੍ਰੇਜ਼ ਕਰਨਾ, ਉਸਨੂੰ ਸ਼ਾਬਾਸ਼ ਦੇਣਾ, ਜਾਂ ਫਿਰ ਇੱਕ ਤਰੀਕੇ ਨਾਲ ਬਹੁਤ ਸਾਰੇ ਇੱਦਾਂ ਦੇ ਓਕੇਜ਼ਨਸ ਨੂੰ ਔਰਗਨਾਈਜ਼ ਕਰਵਾਉਣਾ, ਜਿਵੇਂ ਸੈਮੀਨਾਰ ਹੋ ਗਿਆ ਜਾਂ ਛੋਟੇ ਛੋਟੇ ਕੰਪੀਟੀਸ਼ਨ ਹੋ ਗਏ, ਜਿਹਦੇ ਵਿੱਚ ਤੁਸੀਂ ਬੱਚਿਆਂ ਨੂੰ ਕਹੋ ਕਿ ਹਾਂਜੀ ਤੁਸੀਂ ਪਾਰਟੀਸਪੇਟ ਕਰਨਾ ਹੈ। ਤਾਂ ਉਹਨਾਂ ਵਿੱਚ ਉਹਨਾਂ ਨੂੰ ਫਸਟ ਸੈਕਿੰਡ ਥਰਡ ਦੇ ਲਈ ਅਵਾਰਡਸ ਦੇਣੇ, ਜਿਹਦੇ ਵਿੱਚ ਬੱਚਾ ਹੋਰ ਜ਼ਿਆਦਾ ਪ੍ਰਾਈਜ਼ਸ ਲੈਣ ਲਈ ਮੋਟੀਵੇਟ ਹੁੰਦਾ, ਮਤਲਬ ਕਿਤੇ ਨਾ ਕਿਤੇ ਉਸਨੂੰ ਐਕਸਟਰਨਲ ਐਨਰਜੀ ਮਿਲਦੀ ਹੈ। ਠੀਕ ਹੈ, ਤਾਂ ਉਸਨੂੰ ਆਪਾਂ ਬੋਲਦੇ ਹਾਂ ਐਕਸਟਰਨਲ ਐਨਰਜੀ, ਮਤਲਬ ਇੱਕ ਸਟਿਮੂਲਸ ਵੇਰੀਏਸ਼ਨ ਆਪਾਂ ਜ਼ਰੂਰੀ ਹੋ ਜਾਂਦੀ ਹੈ ਬੱਚਿਆਂ ਨੂੰ ਇੰਸਪਾਇਰ ਕਰਨ ਦੇ ਲਈ। ਠੀਕ ਹੈ, ਕਿ ਇਹ ਪ੍ਰਾਈਜ਼ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਬੱਚਿਆਂ ਦੀ ਪਾਰਟੀਸਪੇਸ਼ਨ ਵੀ ਇਸ ਨਾਲ ਇੰਪਰੂਵ ਹੁੰਦੀ ਹੈ। ਨਾਲ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਵਿੱਚ ਜੋ ਐਨਰਜੀ ਉਹ ਕਾਫੀ ਹੱਦ ਤੱਕ ਆਪਾਂ ਦੇਖ ਪਾਉਂਦੇ ਹਾਂ ਕਿ ਵੱਧ ਜਾਂਦੀ ਹੈ। ਨੈਕਸਟ ਅਗਰ ਗੱਲ ਕਰੀਏ
ਦੇਖੋ ਪ੍ਰੋਬਿੰਗ ਕੁਐਸਚਨਸ ਵੀ ਆਪਾਂ ਉੱਥੇ ਕਰਕੇ ਆਏ ਸੀ, ਇੱਥੇ ਇੱਕ ਵਾਰੀ ਦੁਬਾਰਾ ਕਰ ਰਹੇ ਹਾਂ। ਇਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਡਾਕਟਰ ਪੀਕੇ ਪਾਸੀ ਦੁਆਰਾ ਦਿੱਤੀਆਂ ਗਈਆਂ ਨੇ ਅਤੇ ਜੋ ਰਿਆਨ ਤੇਲੀਆਂ ਦੁਆਰਾ ਦਿੱਤੀਆਂ ਗਈਆਂ ਨੇ ਉਹਨਾਂ ਵਿੱਚ ਕੁਝ ਖਾਸ ਡਿਫਰੈਂਸ ਨਹੀਂ ਹੈਗਾ। ਇਸ ਤੋਂ ਬਾਅਦ ਆਪਾਂ NCERT ਦੁਆਰਾ ਦਿੱਤੀਆਂ ਹੋਈਆਂ ਜੋ ਆਪਾਂ ਕਹਿ ਸਕਦੇ ਹਾਂ ਕਿ ਪ੍ਰਿੰਸੀਪਲਸ ਨੇ ਉਹਨਾਂ ਨੂੰ ਵੀ ਡਿਸਕਸ ਕਰਾਂਗੇ, ਉਹਨਾਂ 'ਚ ਵੀ ਕੁਝ ਖਾਸ ਡਿਫਰੈਂਸ ਨਹੀਂ ਹੈਗਾ। ਅਗਰ ਤੁਹਾਨੂੰ ਇੱਕ ਡਿਟੇਲ ਦੇ ਵਿੱਚ ਸਮਝ ਆ ਜਾਂਦਾ ਕੋਈ ਵੀ, ਫੋਰ ਐਗਜ਼ਾਮਪਲ ਤੁਹਾਨੂੰ ਡਾਕਟਰ ਪੀਕੇ ਪਾਸੀ ਦੁਆਰਾ ਦਿੱਤੇ ਗਏ ਸਾਰੇ ਪ੍ਰਿੰਸੀਪਲ ਡਿਟੇਲ ਦੇ ਵਿੱਚ ਸਮਝ ਆ ਜਾਂਦੇ ਨੇ ਤਾਂ ਬਾਕੀਆਂ ਨੂੰ ਤਾਂ ਤੁਸੀਂ ਬੜੀ ਈਜ਼ੀਲੀ ਕਵਰ ਅਪ ਕਰ ਸਕਦੇ ਹੋ, ਠੀਕ ਹੈ। ਤਾਂ ਪ੍ਰੋਬਿੰਗ ਕੁਐਸਚਨਸ ਆਪਾਂ ਇੱਥੇ ਕੀ ਗੱਲ ਕੀਤੀ ਸੀ, ਪ੍ਰੋਬਿੰਗ ਕੁਐਸਚਨ ਹੁੰਦੇ ਆ ਜਿਹਦੇ ਵਿੱਚ ਬੱਚਿਆਂ ਨੂੰ ਸੋਚਣ ਦੀ ਜ਼ਰੂਰਤ ਪਵੇ, ਮਤਲਬ ਜਿਹਦੇ ਵਿੱਚ ਬੱਚਿਆਂ ਨੂੰ ਇੱਦਾਂ ਸੋਚਣਾ ਪਵੇ ਕਿ ਇਸ ਦਾ ਕੀ ਆਨਸਰ ਹੋ ਸਕਦਾ। ਬਿਲਕੁਲ ਐਵੇਂ ਦੇ, ਹੁਣ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਇੱਕ ਟੋਪਿਕ ਸਟਾਰਟ ਕਰ ਰਹੇ ਹੋ ਤਾਂ ਉੱਥੇ ਤੁਸੀਂ ਕੀ ਕਰੋਗੇ, ਕਈ ਤਰ੍ਹਾਂ ਦੇ ਕੁਐਸਚਨ ਹੁੰਦੇ ਆ, ਕਾਫੀ ਤਰ੍ਹਾਂ ਦੇ ਕੁਐਸਚਨ ਹੁੰਦੇ ਆ। ਕੁਛ ਬਿਲਕੁਲ ਸਿੰਪਲ ਜਿਹੇ ਕੁਐਸਚਨ ਹੁੰਦੇ ਆ, ਕੁਛ ਇੱਦਾਂ ਦੇ ਕੁਐਸਚਨ ਹੁੰਦੇ ਆ ਜਿਹੜੇ ਬੱਚਿਆਂ ਨੂੰ ਸੋਚ ਕੇ ਜਵਾਬ ਦੇਣੇ ਪੈਂਦੇ ਆ, ਠੀਕ ਹੈ। ਤਾਂ ਉੱਥੇ ਉਹਨਾਂ ਕੁਐਸਚਨਸ ਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰੋਬਿੰਗ ਕੁਐਸਚਨ, ਜਿਹਦੇ ਵਿੱਚ ਉਹਨਾਂ ਨੂੰ ਸੋਚ ਕੇ ਜਵਾਬ ਦੇਣੇ ਪੈਣ, ਠੀਕ ਹੈ। ਤਾਂ ਉੱਥੇ ਆਪਾਂ ਨੂੰ ਕਿਸ ਚੀਜ਼ ਦਾ ਪਹਿਲੀ ਗੱਲ ਤਾਂ ਉਹਨਾਂ ਨੂੰ ਸਰਚ ਕਰਨਾ ਪਵੇ, ਸੋਚਣਾ ਪਵੇ, ਠੀਕ ਹੈ। ਉਹਨਾਂ ਨੂੰ ਲਿਟਲ ਬਿਟ ਥਿੰਕਿੰਗ ਦੀ ਲੋੜ ਪਵੇ, ਠੀਕ ਹੈ ਜੀ। ਉਹਨਾਂ ਦੀ ਰੀਜ਼ਨਿੰਗ ਅਬਿਲਿਟੀ ਆਪਾਂ ਚੈੱਕ ਕਰ ਸਕਦੇ ਹਾਂ ਇਸ ਦੇ ਨਾਲ ਕਿ ਉਹ ਡਿਵੈਲਪ ਵੀ ਹੋਏਗੀ ਜ਼ਰੂਰ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਕੁਐਸਚਨਸ ਕੀ ਹੋਣੇ ਚਾਹੀਦੇ ਨੇ, ਸਟੂਡੈਂਟਸ ਦੇ ਰਿਸਪੌਂਸ ਦੇ ਉੱਪਰ ਬੇਸਿਸ ਹੋਣੇ ਚਾਹੀਦੇ ਨੇ। ਅਗਰ ਆਪਾਂ ਇੰਨੇ ਜ਼ਿਆਦਾ ਹਾਇਰ ਲੈਵਲ ਦੇ ਕੁਐਸਚਨ, ਫੋਰ ਐਗਜ਼ਾਮਪਲ ਜਾਣੇ ਅਣਜਾਣੇ ਆਪਾਂ ਬਹੁਤ ਜ਼ਿਆਦਾ ਹਾਇਰ ਲੈਵਲ ਦੇ ਕੁਐਸਚਨ ਪੁੱਛ ਰਹੇ ਹਾਂ ਔਰ ਆਪਾਂ ਦੇਖ ਪਾ ਰਹੇ ਹਾਂ ਕਿ ਬੱਚਿਆਂ ਦਾ ਬਿਲਕੁਲ ਵੀ ਰਿਸਪੌਂਸ ਨਹੀਂ ਆ, ਤਾਂ ਉੱਥੇ ਆਪਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਬਹੁਤ ਜ਼ਿਆਦਾ ਹਾਇਰ ਲੈਵਲ ਦੇ ਨੇ, ਤਾਂ ਆਪਾਂ ਨੂੰ ਥੋੜ੍ਹੇ ਜਿਹੇ ਮੋਡਰੇਟ ਕਰ ਦੇਣੇ ਚਾਹੀਦੇ ਨੇ। ਮਤਲਬ ਸਟੂਡੈਂਟਸ ਦੇ ਰਿਸਪੌਂਸ ਦੇ ਅਕੋਰਡਿੰਗ ਆਪਣੇ ਜੋ ਕੁਐਸਚਨਸ ਨੇ ਉਹ ਹੋਣੇ ਚਾਹੀਦੇ ਨੇ, ਠੀਕ ਹੈ। ਔਰ ਇੱਦਾਂ ਦੇ ਕੁਐਸਚਨ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਬੱਚੇ ਇੱਦਾਂ ਨਹੀਂ ਹੈ ਕਿ ਉਹਨਾਂ ਨੂੰ ਨੌਲੇਜ ਹੋਏਗੀ ਹੀ ਹੋਏਗੀ, ਠੀਕ ਹੈ। ਸੋਚ ਕੇ ਉਹਨਾਂ ਨੂੰ ਜਵਾਬ ਦੇਣੇ ਪੈਣ ਔਰ ਜਵਾਬ ਦੇ ਸਕਣ, ਕੋਸ਼ਿਸ਼ ਕਰਨ ਕਿ ਉਹ ਸੋਚ ਕੇ ਆਪਣੇ ਜਵਾਬ ਆਪਣੇ ਕੁਐਸਚਨਸ ਦੇ ਜੋ ਆਨਸਰ ਨੇ ਉਹ ਦੇ ਸਕਣ, ਠੀਕ ਹੈ। ਅਤੇ ਇਹਦੇ ਨਾਲ ਆਪਾਂ ਨੂੰ ਕੀ ਪਤਾ ਲੱਗੇਗਾ, ਉਹਨਾਂ ਦੀ ਜੋ ਰੀਜ਼ਨਿੰਗ ਅਬਿਲਿਟੀ, ਲੋਜੀਕਲ ਥਿੰਕਿੰਗ ਉਹ ਕਿੰਨੀ ਕੁ ਲਗਾ ਸਕਦੇ ਨੇ, ਉਹਦੇ ਬਾਰੇ ਆਪਾਂ ਨੂੰ ਨੌਲੇਜ ਮਿਲੇਗੀ, ਠੀਕ ਹੈ ਜੀ। ਤਾਂ ਬਿਲਕੁਲ ਨੈਕਸਟ ਅਗਰ ਗੱਲ ਕਰੀਏ ਫੋਰਥ ਵਨ ਦੇ ਵਿੱਚ ਕੀ ਹੈ, ਆਸਕਿੰਗ ਕੁਐਸਚਨਸ, ਠੀਕ ਹੈ। ਮਤਲਬ ਆਪਾਂ ਇੱਕ ਤਰੀਕੇ ਨਾਲ ਕਹੀਏ ਕਿ ਆਪਾਂ ਉੱਥੇ ਵੀ ਡਾਕਟਰ ਪੀਕੇ ਪਾਸੀ ਦੇ ਪ੍ਰਿੰਸੀਪਲਸ ਦੇ ਵਿੱਚ ਵੀ ਕੀਤਾ ਸੀ ਕਿ ਸਿੰਪਲ ਜਿਹੇ ਕੁਐਸਚਨਸ ਹੋਣੇ ਵੀ ਜ਼ਰੂਰੀ ਨੇ। ਆਪਾਂ ਸਿੰਪਲ ਕੁਐਸਚਨਸ ਬੱਚਿਆਂ ਨੂੰ ਜ਼ਰੂਰ ਪੁੱਛਾਂਗੇ, ਦੇਖੋ ਮੋਡਰੇਟ ਲੈਵਲ ਦੇ ਤਾਂ ਪੁੱਛਣੇ ਜ਼ਰੂਰੀ ਹਨ ਜਿਹਦੇ ਵਿੱਚ ਬੱਚੇ ਸੋਚਣ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਬੱਚੇ ਕਿੰਨਾ ਕੁ ਸੋਚ ਸਕਦੇ ਆ। ਬਟ ਉਸ ਤੋਂ ਪਹਿਲਾਂ ਇੱਕ ਹੋਰ ਸਟੈਪ ਜ਼ਰੂਰੀ ਹੈ, ਉਸਨੂੰ ਆਪਾਂ ਕੀ ਬੋਲਦੇ ਹਾਂ, ਸਿੰਪਲ ਜਿਹੇ ਕੁਐਸਚਨਸ ਪੁੱਛਣਾ। ਸਿੰਪਲ ਕੁਐਸਚਨ ਮਤਲਬ ਜਿਨ੍ਹਾਂ ਦੇ ਆਨਸਰ ਕਿਤੇ ਨਾ ਕਿਤੇ ਬੱਚਿਆਂ ਨੂੰ ਪਤਾ ਹੀ ਹੋਣਗੇ। ਹੁਣ ਤੁਸੀਂ ਅਗਰ 7th ਕਲਾਸ ਦੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਹੋ, ਫੋਰ ਐਗਜ਼ਾਮਪਲ ਲੈ ਕੇ ਆਪਾਂ ਚੱਲਦੇ ਹਾਂ, 7th ਕਲਾਸ ਦੇ ਬੱਚਿਆਂ ਨੂੰ ਕੁਝ ਵੀ ਤੁਸੀਂ ਟੋਪਿਕ ਪੜ੍ਹਾ ਰਹੇ ਹੋ ਤਾਂ ਉਹਨਾਂ ਦੇ ਕਿਤੇ ਨਾ ਕਿਤੇ 5th 4th 6th ਤੱਕ ਦੇ ਜਿੰਨੇ ਵੀ ਕੁਐਸਚਨਸ ਹੋਣਗੇ, ਜਿੰਨੇ ਵੀ ਮੇਰੇ ਕਹਿਣ ਦਾ ਮਤਲਬ ਜੋ ਬੇਸਿਕ ਜਿਹੀਆਂ ਗੱਲਾਂ ਜੋ ਕਿ ਉਹਨਾਂ ਨੂੰ ਨੌਲੇਜ ਹੁੰਦੀ ਹੈ, ਠੀਕ ਹੈ। ਤਾਂ ਉਹਨਾਂ ਦੇ ਆਨਸਰ ਉਹਨਾਂ ਨੂੰ ਪਤਾ ਹੋਣਗੇ, ਤਾਂ ਬਿਲਕੁਲ ਸਿੰਪਲ ਜਿਹੇ ਕੁਐਸਚਨ ਜਿਨ੍ਹਾਂ ਦੇ ਆਨਸਰ ਉਹਨਾਂ ਦੇ ਮਾਈਂਡ ਦੇ ਵਿੱਚ ਉਹਨਾਂ ਨੂੰ ਸੋਚਣ ਦੀ ਵੀ ਜ਼ਰੂਰਤ ਨਾ ਪਵੇ ਔਰ ਆਪਾਂ ਨੂੰ ਨਾਲ ਦੀ ਨਾਲ ਦੱਸ ਦੇਣ ਕਿ ਹਾਂਜੀ ਇਸ ਦਾ ਆਨਸਰ ਇਹ ਹੋਏਗਾ। ਤਾਂ ਇੱਦਾਂ ਦੇ ਵੀ ਬਹੁਤ ਸਾਰੇ ਕੁਐਸਚਨਸ ਹੁੰਦੇ ਆ ਜਿਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਚਿਆਂ ਦਾ ਜੋ ਬੇਸਿਕ ਹੈ ਉਹ ਕਲੀਅਰ ਹੈ ਕਿ ਨਹੀਂ। ਆਪਾਂ ਦੇਖਾਂਗੇ ਕਿ ਕਲਾਸ ਦੇ ਵਿੱਚ ਆਪਾਂ ਨੂੰ 1 ਔਰ 2 ਬੱਚੇ ਇੱਦਾਂ ਦੇ ਜ਼ਰੂਰ ਮਿਲਣਗੇ ਸ਼ਾਇਦ ਜਿਨ੍ਹਾਂ ਨੂੰ ਉਹਨਾਂ ਕੁਐਸਚਨ ਦੇ ਆਨਸਰ ਨਾ ਪਤਾ ਹੋਣ। ਉੱਥੋਂ ਆਪਾਂ ਨੂੰ ਇਹ ਕੀ ਕਲੀਅਰ ਹੋਏਗਾ ਕਿ ਇਹ ਜੋ 1 ਜਾਂ 2 ਸਟੂਡੈਂਟ ਆਪਾਂ ਨੇ ਫਾਈਂਡ ਆਊਟ ਕੀਤੇ ਨੇ ਇਹਨਾਂ ਦਾ ਬੇਸਿਕ ਕਲੀਅਰ ਨਹੀਂ ਹੈ, ਪਹਿਲਾਂ ਇਹਨਾਂ ਦੇ ਬੇਸਿਕ ਨੂੰ ਸਟਰੋਂਗ ਕਰਨਾ ਪਏਗਾ। ਮਤਲਬ ਉੱਥੇ ਆਪਾਂ ਨੂੰ ਪ੍ਰੋਪਰਲੀ ਆਈਡੀਆਜ਼ ਮਿਲਦੇ ਨੇ ਕਿ ਆਪਾਂ ਨੇ ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਸਿਖਾਉਣਾ ਹੈ, ਠੀਕ ਹੈ। ਕਿਉਂਕਿ ਆਪਾਂ ਨੂੰ ਪਤਾ ਕਿ ਇੱਕ ਕਲਾਸ ਦੇ ਵਿੱਚ ਡਿਫਰੈਂਟ ਟਾਈਪ ਦੇ ਸਟੂਡੈਂਟਸ ਹੁੰਦੇ ਨੇ। ਹੁਣ ਜਿਵੇਂ ਇੱਥੇ ਪ੍ਰੋਬਿੰਗ ਕੁਐਸਚਨਸ ਦੀ ਆਪਾਂ ਗੱਲ ਕਰ ਰਹੇ ਸੀ, ਤਾਂ ਜਦੋਂ ਆਪਾਂ ਪ੍ਰੋਬਿੰਗ ਕੁਐਸਚਨਸ ਪੁੱਛਾਂਗੇ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟਸ ਹੋਣਗੇ ਸਟੂਡੈਂਟ, ਹਰ ਵੈਰਾਈਟੀ ਦੇ ਸਟੂਡੈਂਟ ਹੁੰਦੇ ਆ ਨੋ ਡਾਊਟ, ਜਿਹੜੇ ਜਿਨ੍ਹਾਂ ਦੀ ਮੈਂਟਲ ਐਬਿਲਿਟੀ ਬਹੁਤ ਜ਼ਿਆਦਾ ਸਟਰੋਂਗ ਹੈ ਉਹ ਕੀ ਹੋਣਗੇ, ਮਿੰਟ ਦੇ ਵਿੱਚ ਉਸ ਆਨਸਰ ਦੇ ਦੇਣਗੇ, ਕੁਝ ਕੁ ਸੋਚ ਕੇ ਦੇਣਗੇ, ਕੁਝ ਕੁ ਸੋਚ ਕੇ ਵੀ ਨਹੀਂ ਦੇ ਸਕਣਗੇ। ਤਾਂ ਉਸ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਬੜੀ ਈਜ਼ੀਲੀ ਸਮਝ ਲੈਂਦੇ ਹਾਂ ਕਿ ਹਾਂਜੀ ਕਿਹਦੇ ਉੱਪਰ ਆਪਾਂ ਨੂੰ ਜ਼ਿਆਦਾ ਹਾਰਡ ਵਰਕ ਕਰਨਾ ਚਾਹੀਦਾ ਹੈ, ਕਿਹਦੇ ਉੱਪਰ ਆਪਾਂ ਨੂੰ ਕਿਸ ਚੀਜ਼ ਦੇ ਲਈ ਧਿਆਨ ਦੇਣਾ ਚਾਹੀਦਾ, ਹਰ ਇੱਕ ਚੀਜ਼ ਦਾ ਆਪਾਂ ਨੂੰ ਉੱਥੇ ਕਲੀਅਰਲੀ ਪਤਾ ਵੀ ਲੱਗ ਜਾਏਗਾ, ਠੀਕ ਹੈ ਜੀ। ਤਾਂ ਆਸਕਿੰਗ ਕੁਐਸਚਨਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਪਹਿਲਾਂ ਇਹਨਾਂ ਦੇ ਪੁਆਇੰਟਸ ਨੂੰ ਹੀ ਦੇਖ ਲੈਣਾ। ਆਸਕਿੰਗ ਕੁਐਸਚਨ ਬਿਲਕੁਲ ਤੁਸੀਂ ਇੱਥੇ ਦੇਖ ਪਾ ਰਹੇ ਹੋ ਕਿ ਸਿੰਪਲ ਟਾਈਪ ਕੁਐਸਚਨਸ ਹੋਣੇ ਚਾਹੀਦੇ ਆ, ਇੱਦਾਂ ਦੇ ਕੁਐਸਚਨ ਹੋਣੇ ਚਾਹੀਦੇ ਜਿਨ੍ਹਾਂ ਦੇ ਆਨਸਰ ਸਾਰੇ ਬੱਚਿਆਂ ਨੂੰ ਕਿਤੇ ਨਾ ਕਿਤੇ ਪਤਾ ਹੋਣ, ਉਹਨਾਂ ਦੇ ਬੇਸਿਕ ਨਾਲ ਰਿਲੇਟਡ ਹੋਣ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ ਈਜ਼ੀ ਟੂ ਆਨਸਰ, ਠੀਕ ਹੈ, ਬੱਚੇ ਈਜ਼ੀਲੀ ਉਸਦਾ ਆਨਸਰ ਦੇ ਸਕਣ। ਇਹਦੇ ਨਾਲ ਕੀ ਹੋਏਗਾ, ਬੱਚਿਆਂ ਦਾ ਫੋਕਸ ਬਣੇਗਾ ਟੋਪਿਕ ਦੇ ਉੱਪਰ। ਹੁਣ ਜਦ ਤੁਸੀਂ ਕਿਸੇ ਬੇਸ ਦੇ ਬਾਰੇ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ ਕਿ ਜਿਹੜੀ ਚੀਜ਼ ਬੱਚਿਆਂ ਨੇ ਪਹਿਲਾਂ ਪੜ੍ਹੀ ਹੈ, ਅਗਰ ਤੁਸੀਂ ਉਹੀ ਕੁਐਸਚਨਸ ਪੁੱਛ ਰਹੇ ਹੋ ਅੱਜ ਦੇ ਟੋਪਿਕ ਦੇ ਲਈ, ਤਾਂ ਬੱਚੇ ਸਮਝ ਜਾਣਗੇ ਕਿ ਹਾਂਜੀ ਆਪਾਂ ਨੇ ਇਸ ਦੇ ਵਿੱਚ ਇਹ ਟੋਪਿਕ ਸਟੱਡੀ ਕਰਨਾ ਹੈ ਜੋ ਕਿ ਸਾਨੂੰ ਕਿਤੇ ਨਾ ਕਿਤੇ ਇੰਨਾ ਕਿਸ ਟੋਪਿਕ ਬਾਰੇ ਪਤਾ ਹੈ। ਤਾਂ ਬੱਚਿਆਂ ਦਾ ਜੋ ਫੋਕਸ ਆ ਉਹ ਬਣੇਗਾ ਕਿ ਹਾਂਜੀ ਆਪਾਂ ਇਸ ਦਾ ਅੱਗੇ ਕੁਝ ਸਿੱਖਣਾ ਹੈ। ਆਫਟਰ ਦੈਟ ਬੱਚੇ ਮੋਟੀਵੇਟ ਵੀ ਹੋਣਗੇ ਕਿ ਹਾਂਜੀ ਆਪਾਂ ਕੁਝ ਨਵਾਂ ਅਤੇ ਅੱਗੇ ਸਿੱਖਣ ਜਾ ਰਹੇ ਜਿਹਦੇ ਬਾਰੇ ਮੈਨੂੰ ਥੋੜ੍ਹੀ ਬਹੁਤ ਨੌਲੇਜ ਪਹਿਲਾਂ ਤਾਂ ਸੀ, ਹੁਣ ਮੈਂ ਥੋੜ੍ਹਾ ਜਿਹਾ ਹੋਰ ਉਸ ਬਾਰੇ ਅੱਗੇ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਸਿੰਪਲ, ਤਾਂ ਬੱਚੇ ਦਾ ਫੋਕਸ ਵੀ ਬਣਦਾ, ਮੋਟੀਵੇਟ ਵੀ ਹੁੰਦੇ ਔਰ ਆਪਾਂ ਨੂੰ ਵੀ ਬੜੀ ਈਜ਼ੀਲੀ ਪਤਾ ਲੱਗ ਜਾਂਦਾ ਕਿ ਕਿਸ ਤਰੀਕੇ ਨਾਲ ਆਪਾਂ ਹੋਰ ਵਧੀਆ ਤਰੀਕੇ ਨਾਲ ਉਹਨਾਂ ਨੂੰ ਟੀਚ ਕਰ ਸਕਦੇ ਹਾਂ। ਆਫਟਰ ਦੈਟ ਤੁਸੀਂ ਦੇਖ ਪਾ ਰਹੇ ਹੋ ਇੱਕ ਨਿਊ ਆਪਸ਼ਨ ਇੱਥੇ ਦੇਖ ਪਾ ਰਹੇ ਹੋ ਜੋ ਕਿ ਆਪਾਂ ਕਹਾਂਗੇ ਕਿ ਪ੍ਰੀਵੀਅਸ ਦੇ ਵਿੱਚ ਨਹੀਂ ਸੀ।
ਉਹ ਕੀ ਨੇ, ਡਾਈਵਰਜੈਂਟ ਕੁਐਸਚਨਸ ਨੇ। ਡਾਈਵਰਜੈਂਟ ਕੁਐਸਚਨਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ, ਪਹਿਲਾਂ ਤਾਂ ਐਵੇਂ ਦੇਖੋ ਡਾਈਵਰਜੈਂਟ ਕੁਐਸਚਨਸ ਦਾ ਮਤਲਬ ਕੀ ਹੈ, ਇੱਦਾਂ ਦੇ ਕੁਐਸਚਨ ਜਿਹਦੇ ਵਿੱਚ ਬੱਚੇ ਨੂੰ ਡਾਈਵਰਜੈਂਟ ਥਿੰਕਿੰਗ ਲਗਾਉਣੀ ਪਵੇ। ਹੁਣ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਡਾਈਵਰਜੈਂਟ ਥਿੰਕਿੰਗ ਹੁੰਦੀ ਕੀ ਹੈ। ਹੁਣ ਅਗਰ ਆਪਾਂ ਗੱਲ ਕਰੀਏ ਥਿੰਕਿੰਗ ਦੋ ਟਾਈਪਸ ਦੀ ਹੁੰਦੀ ਆ, ਕਨਵਰਜੈਂਟ, ਡਾਈਵਰਜੈਂਟ। ਥਿੰਕਿੰਗ ਤਾਂ ਵੈਸੇ ਬਹੁਤ ਟਾਈਪਸ ਹੁੰਦੀ ਆ, ਬਟ ਅਗਰ ਗੱਲ ਕਰੀਏ ਇਸ ਟਾਈਪ ਦੇ ਅਕੋਰਡਿੰਗ ਤਾਂ ਕਨਵਰਜੈਂਟ ਜਾਂ ਡਾਈਵਰਜੈਂਟ ਹੁੰਦੀ ਹੈ। ਕਨਵਰਜੈਂਟ ਔਰ ਡਾਈਵਰਜੈਂਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਤੁਸੀਂ ਡਾਈਵਰਜੈਂਟ ਸਮਝ ਲਓ, ਕਨਵਰਜੈਂਟ ਤੁਹਾਡੇ ਆਪੇ ਕਲੀਅਰ ਹੋ ਜਾਣਾ। ਡਾਈਵਰਜੈਂਟ ਦੇ ਵਿੱਚ ਕੀ ਹੁੰਦਾ, ਤੁਸੀਂ ਉਹਨਾਂ ਸਾਹਮਣੇ ਕੋਈ ਪ੍ਰੋਬਲਮ ਰੱਖ ਦਿਓ, ਠੀਕ ਹੈ। ਪ੍ਰੋਬਲਮ ਰੱਖ ਦਿਓ ਮੀਨ ਟੂ ਸੇ ਤੁਸੀਂ ਉਹਨਾਂ ਸਾਹਮਣੇ ਕੋਈ ਵੀ ਇੱਕ ਪ੍ਰੋਬਲਮ ਕ੍ਰੀਏਟ ਕਰ ਦਿਓ, ਜਿਹਦੇ ਵਿੱਚ ਇੱਦਾਂ ਨਾ ਹੋਵੇ ਕਿ ਬੱਚੇ ਪੜ੍ਹ ਕੇ ਜਾਂ ਰੱਟਾ ਲਗਾ ਕੇ ਜਾਂ ਯਾਦ ਕਰਕੇ ਜਾਂ ਇਸ ਤਰੀਕੇ ਨਾਲ ਜਵਾਬ ਦੇਣ। ਤੁਸੀਂ ਉਹਨਾਂ ਸਾਹਮਣੇ ਇੱਕ ਨੈਚੁਰਲ ਜਿਹੀ ਰੀਅਲ ਲਾਈਫ ਨਾਲ ਰਿਲੇਟਡ ਕੋਈ ਵੀ ਇੱਕ ਪ੍ਰੋਬਲਮ ਰੱਖੋ, ਜਿਹਦੇ ਵਿੱਚ ਤੁਸੀਂ ਕਹੋ ਕਿ ਤੁਸੀਂ ਮੈਨੂੰ ਆਪਣੇ ਡਿਫਰੈਂਟ ਆਈਡੀਆਜ਼ ਦਿਓ ਕਿ ਇਸ ਪ੍ਰੋਬਲਮ ਦਾ ਸੋਲਿਊਸ਼ਨ ਕਿਵੇਂ ਕਰ ਸਕਦੇ ਹਾਂ। ਕੋਈ ਵੀ ਇੱਕ ਪ੍ਰੋਬਲਮ ਤੁਸੀਂ ਲੈ ਸਕਦੇ ਹੋ ਆਪਣੀ ਰੀਅਲ ਲਾਈਫ ਨਾਲ ਰਿਲੇਟਡ, ਠੀਕ ਹੈ, ਕਿ ਉਸ ਦਾ ਸੋਲਿਊਸ਼ਨ ਕਿਵੇਂ ਕੀਤਾ ਜਾ ਸਕਦਾ। ਅਤੇ ਤੁਸੀਂ ਉੱਥੇ ਕੀ ਨੋਟਿਸ ਕਰੋਗੇ ਕਿ ਹਰ ਇੱਕ ਸਟੂਡੈਂਟ ਆਪਣੇ ਡਿਫਰੈਂਟ ਵਿਊਜ਼ ਦੇਗਾ। ਮਤਲਬ ਕੀ ਹੋ ਗਿਆ, ਹਰ ਇੱਕ ਬੱਚੇ ਦਾ ਮਾਈਂਡ ਜਿਸ ਤਰੀਕੇ ਨਾਲ ਕੰਮ ਕਰੇਗਾ, ਬੱਚਾ ਉਸ ਤਰੀਕੇ ਨਾਲ ਉਹਨਾਂ ਦੇ ਆਨਸਰਸ ਦੇਗਾ। ਮਤਲਬ ਬੱਚਾ ਸੋਚ ਕੇ ਪ੍ਰੋਬਲਮ ਦਾ ਸੋਲਿਊਸ਼ਨ ਆਪਾਂ ਕਿਵੇਂ ਕੱਢ ਸਕਦੇ ਹਾਂ। ਇੱਕ ਕੁਐਸਚਨ ਦੇ ਬਹੁਤ ਸਾਰੇ ਜੋ ਆਨਸਰ ਨੇ ਤੁਹਾਨੂੰ ਉੱਥੇ ਮਿਲਣਗੇ, ਕਿਉਂਕਿ ਹਰ ਇੱਕ ਬੱਚਾ ਖੁਦ ਸੋਚ ਰਿਹਾ, ਖੁਦ ਆਪਾਂ ਕਹਿ ਸਕਦੇ ਕਿ ਇੱਕ ਤਰੀਕੇ ਨਾਲ ਡਾਈਵਰਜੈਂਟ ਥਿੰਕਿੰਗ ਲਗਾ ਰਿਹਾ। ਤਾਂ ਉੱਥੇ ਜਿਹੜਾ ਸਭ ਤੋਂ ਜ਼ਿਆਦਾ ਮੋਡਰੇਟ ਆਨਸਰ ਹੋਏਗਾ, ਜੋ ਸਭ ਤੋਂ ਜ਼ਿਆਦਾ ਸਹੀ, ਜੋ ਸੂਟੇਬਲ ਆਨਸਰ ਹੋਏਗਾ, ਉਸਨੂੰ ਆਪਾਂ ਕੀ ਕਰਾਂਗੇ, ਐਕਸਪਲੇਨ ਕਰਾਂਗੇ। ਤਾਂ ਉੱਥੇ ਕੀ ਹੋ ਜਾਣਾ, ਬੱਚੇ ਕੀ ਕਰ ਰਹੇ ਨੇ, ਡਾਈਵਰਜੈਂਟ ਥਿੰਕਿੰਗ ਲਗਾ ਰਹੇ ਨੇ, ਜਿੱਥੇ ਆਪਾਂ ਨੂੰ ਕਹਿ ਸਕਦੇ ਕਿ ਇੱਕ ਚੀਜ਼ ਦੇ ਮਲਟੀਪਲ ਸੋਲਿਊਸ਼ਨਸ ਮਿਲ ਸਕਦੇ ਨੇ ਅਤੇ ਬਹੁਤ ਸਾਰੇ ਨਵੇਂ ਆਈਡੀਆਜ਼ ਵੀ ਮਿਲ ਸਕਦੇ ਨੇ, ਠੀਕ ਹੈ। ਤਾਂ ਇਹ ਕੀ ਹੁੰਦੇ ਆ, ਡਾਈਵਰਜੈਂਟ ਕੁਐਸਚਨਸ ਹੁੰਦੇ ਆ, ਜਿਹਦੇ ਵਿੱਚ ਬੱਚਿਆਂ ਨੂੰ ਡਾਈਵਰਜੈਂਟ ਥਿੰਕਿੰਗ ਲਗਾਉਣੀ ਪੈਂਦੀ ਹੈ। ਔਰ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਹਰ ਬੱਚੇ ਦਾ ਆਨਸਰ ਸੇਮ ਹੋਵੇ। ਡਿਫਰੈਂਟ ਵੇਜ਼ ਦੇ ਨਾਲ ਅਗਰ ਬੱਚੇ ਸੋਚਣਗੇ ਤਾਂ ਡਿਫਰੈਂਟ ਸੋਲਿਊਸ਼ਨਸ ਆਪਣੇ ਸਾਹਮਣੇ ਆਉਣਗੇ। ਦਿਸ ਇਜ਼ ਦਾ ਥਿੰਗ। ਨੈਕਸਟ ਅਗਰ ਗੱਲ ਕਰੀਏ 6 ਤੁਸੀਂ ਦੇਖ ਪਾ ਰਹੇ ਹੋ ਹਾਇਰ ਆਰਡਰ ਕੁਐਸਚਨ। ਦੇਖੋ ਡਾਕਟਰ ਪੀ ਕੇ ਪਾਸੇ ਦੇ ਨਾਲ ਕੰਪੇਅਰ ਕਰਕੇ ਥੋੜ੍ਹਾ ਜਿਹਾ ਇਸਨੂੰ ਜ਼ਰੂਰ ਪੜ੍ਹੋ। ਜੇਕਰ ਤੁਸੀਂ ਪਹਿਲਾਂ ਹੀ ਨੋਟਸ ਬਣਾਏ ਹੋਏ ਆ ਤਾਂ ਉਸਨੂੰ ਥੋੜ੍ਹਾ ਕੋਲ ਰੱਖੋ, ਤੁਹਾਨੂੰ ਪਤਾ ਲੱਗ ਜਾਣਾ। ਅਗਰ ਗੱਲ ਕਰੀਏ ਕਿ ਆਪਾਂ ਡਾਕਟਰ ਪੀ ਕੇ ਪਾਸੇ ਦੇ ਵਿੱਚ ਸਿਰਫ 2 ਟਾਈਪਸ ਦੇ ਕੁਐਸਚਨ ਕੀਤੇ ਸੀ, ਸਿੰਪਲ ਔਰ ਪ੍ਰੋਬਲਮ, ਠੀਕ ਹੈ। ਇੱਥੇ ਆਪਾਂ ਦੇਖ ਪਾ ਰਹੇ ਹਾਂ ਕਿ ਕੁਐਸਚਨਸ ਉੱਪਰ ਜ਼ਿਆਦਾ ਪ੍ਰੈਸ਼ਰ ਦਿੱਤਾ ਜਾਂਦਾ। ਕੁਐਸਚਨਸ ਕਿਹੜੇ ਆ, ਆਪਾਂ ਡਾਈਵਰਜੈਂਟ ਥਿੰਕਿੰਗ ਦੇ ਕਰਕੇ ਆਏ ਹਾਂ, ਸਿੰਪਲ ਕੁਐਸਚਨਸ ਕਰਕੇ ਆਏ ਹਾਂ, ਪ੍ਰੋਬਿੰਗ ਕੁਐਸਚਨਸ ਕਰਕੇ ਆਏ। ਇੱਕ ਹੋਰ ਟਾਈਪ ਆਪਾਂ ਕਰ ਰਹੇ ਹਾਂ ਕੁਐਸਚਨ ਸੀ, ਉਹ ਕੀ ਨੇ, ਹਾਇਰ ਆਰਡਰ ਕੁਐਸਚਨਸ। ਹਾਇਰ ਆਰਡਰ ਕੁਐਸਚਨਸ ਦੇ ਵਿੱਚ ਕੀ ਹੁੰਦਾ, ਤੁਸੀਂ ਵੈਸੇ ਇੱਥੇ ਸਿੰਪਲੀ ਤੁਸੀਂ ਦੇਖ ਪਾ ਰਹੇ ਹੋ ਕਿ ਜਿਹਦਾ ਬੱਚੇ ਆਨਸਰ ਹੀ ਨਾ ਦੇ ਸਕਣ, ਠੀਕ ਹੈ। ਮਤਲਬ ਹਾਇਰ ਲੈਵਲ ਦੇ ਹੋ ਜਾਣ, ਬੱਚਿਆਂ ਦੇ ਲੈਵਲ ਤੋਂ ਅਗਰ ਹਾਈ ਹੋਣਗੇ ਤਾਂ ਕਾਮਨ ਜਿਹੀ ਗੱਲ ਹੈ, ਸ਼ਾਇਦ ਉਹ ਉਨੇ ਏਬਲ ਨਹੀਂ ਹੈਗੇ ਕਿ ਉਹ ਉਸਦਾ ਆਨਸਰ ਦੇ ਸਕਣ, ਕਿਉਂਕਿ ਉਹ ਹਾਇਰ ਲੈਵਲ ਦਾ ਮਤਲਬ ਕੀ ਹੋ ਗਿਆ ਕਿ ਬੱਚਿਆਂ ਦੇ ਲੈਵਲ ਤੋਂ ਉੱਪਰ, ਠੀਕ ਹੈ। ਤਾਂ ਇੰਪੋਸੀਬਲ ਹੋਏਗਾ। ਇੰਪੋਸੀਬਲ ਹੁਣ ਇਸਦਾ ਕੀ ਮੋਟਿਵ ਹੋਏਗਾ, ਅਗਰ ਆਪਾਂ ਬੱਚੇ ਨੂੰ ਇੱਦਾਂ ਦੇ ਕੁਐਸਚਨ ਪੁੱਛ ਰਹੇ ਹਾਂ ਜਿਨ੍ਹਾਂ ਦੇ ਉਹ ਆਨਸਰ ਹੀ ਨਹੀਂ ਦੇ ਸਕਦੇ, ਤਾਂ ਉਸਦਾ ਕੀ ਫਾਇਦਾ ਹੋਏਗਾ। ਉਸਦਾ ਫਾਇਦਾ ਇਹ ਹੋਏਗਾ ਕਿ ਬੱਚੇ ਦੇ ਅੰਦਰ ਕਿਊਰੀਓਸਿਟੀ ਬਣੇਗੀ। ਕਿਊਰੀਓਸਿਟੀ ਕਿੱਦਾਂ ਬਣੇਗੀ, ਹੁਣ ਦੇਖੋ ਤੁਸੀਂ ਉਹਨਾਂ ਨੂੰ ਇੱਦਾਂ ਦੇ ਕੁਐਸਚਨ ਪੁੱਛ ਰਹੇ ਹੋ ਜਿਨ੍ਹਾਂ ਦਾ ਆਨਸਰ ਉਹਨਾਂ ਨੂੰ ਨਹੀਂ ਪਤਾ, ਤਾਂ ਉਹਨਾਂ ਦੇ ਅੰਦਰ ਇੱਕੋ ਹੀ ਚੀਜ਼ ਹੋਏਗੀ, ਕਿਊਰੀਓਸਿਟੀ ਬਣੇਗੀ ਕਿ ਮੋਟੀਵੇਟ ਹੋਣਗੇ ਉਹਨਾਂ ਅੰਦਰ ਇੰਟਰਸਟ ਪੈਦਾ ਹੋਏਗਾ ਕਿ ਅਸੀਂ ਇਸ ਕੁਐਸਚਨ ਦਾ ਆਨਸਰ ਜਾਣਨਾ ਹੈ, ਇਸ ਦੇ ਬਾਰੇ ਸਿੱਖਣਾ ਹੈ, ਫਿਰ ਅਸੀਂ ਇਸ ਕੁਐਸਚਨ ਦਾ ਜਵਾਬ ਦੇ ਸਕਦੇ ਹਾਂ, ਠੀਕ ਹੈ। ਜੇ ਤੁਸੀਂ ਉਹਨਾਂ ਨੂੰ ਐਕਸਪਲੇਨੇਸ਼ਨ ਕਰੋਗੇ ਪੂਰੇ ਟੌਪਿਕ ਦੀ, ਸਮਝਾਓਗੇ ਬਾਏ ਟੀਚਿੰਗ ਏਡਸ, ਬਾਏ ਰੀਅਲ ਲਾਈਫ ਐਗਜ਼ਾਮਪਲਸ, ਕਿਵੇਂ ਵੀ, ਤਾਂ ਬੱਚੇ ਧਿਆਨ ਨਾਲ ਸੁਣਨਗੇ, ਕਿਉਂਕਿ ਉਹਨਾਂ ਅੰਦਰ ਇੱਦਾਂ ਹੋਏਗਾ ਕਿ ਹਾਂਜੀ ਅਸੀਂ ਜੋ ਕੁਐਸਚਨਸ ਟੀਚਰ ਦੁਆਰਾ ਪੁੱਛੇ ਗਏ ਸੀ ਉਹਨਾਂ ਦਾ ਆਨਸਰ ਵੀ ਇਹਨਾਂ ਟੌਪਿਕਸ ਦੀ ਐਕਸਪਲੇਨੇਸ਼ਨ ਦੇ ਵਿੱਚ ਹੀ ਕਿਤੇ ਨਾ ਕਿਤੇ ਹੋਏਗਾ, ਠੀਕ ਹੈ। ਤਾਂ ਉਹਨਾਂ ਨੂੰ ਕਿਊਰੀਓਸਿਟੀ ਵਧੇਗੀ, ਇੰਟਰਸਟ ਹੋਏਗਾ ਉਹਨਾਂ ਨੂੰ ਜਾਣਨ ਦਾ। ਨੈਕਸਟ ਅਗਰ ਗੱਲ ਕਰੀਏ 7th ਆਪਾਂ ਦੇਖ ਪਾ ਰਹੇ ਹਾਂ, ਇਹ ਬਿਲਕੁਲ ਸੇਮ ਪੁਆਇੰਟ ਆਪਾਂ ਉੱਥੇ ਡਿਸਕਸ ਕੀਤਾ ਸੀ, ਸਾਇਲੈਂਸ ਐਂਡ ਨੋਨ ਵਰਬਲ। ਬੱਚਿਆਂ ਨੂੰ ਮੋਸਟਲੀ ਕੀ ਚੀਜ਼ ਇਫੈਕਟ ਕਰਦੀ ਆ, ਬੱਚੇ ਕਾਪੀ ਕਰਦੇ ਆ, ਇਮੀਟੇਸ਼ਨ ਕਰਦੇ ਆ, ਠੀਕ ਹੈ। ਇਮੀਟੇਸ਼ਨ ਕਿਹਨਾਂ ਦੀ ਕਰਦੇ ਆ, ਆਪਣੇ ਪੇਰੈਂਟਸ ਦੀ, ਆਪਣੇ ਆਈਡਲ ਦੀ, ਆਪਣੇ ਟੀਚਰਸ ਦੀ। ਸਪੈਸ਼ਲੀ ਬੱਚੇ, ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਸੇਮ ਚੀਜ਼ ਬੋਲੀ ਸੀ ਕਿ ਜਿਸ ਤਰੀਕੇ ਨਾਲ ਟੀਚਰ ਬਿਹੇਵ ਕਰਦੇ ਆ, ਬੱਚੇ ਕਾਪੀ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਜੋ ਉਹਨਾਂ ਦੀ ਡਰੈਸਿੰਗ ਸੈਂਸ ਹੈ, ਜੋ ਉਹਨਾਂ ਦਾ ਬਿਹੇਵੀਅਰ ਹੈ, ਜਿਸ ਤਰੀਕੇ ਨਾਲ ਗੱਲ ਕਰਦੇ ਤੁਰਦੇ ਆ, ਛੋਟੇ ਬੱਚੇ ਸਪੈਸ਼ਲੀ। ਅਗਰ ਆਪਾਂ ਪ੍ਰਾਇਮਰੀ ਦੇ ਵਿੱਚ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਾਪੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ। ਅਗਰ ਉਹ ਪ੍ਰਾਇਮਰੀ ਲੈਵਲ 'ਤੇ ਉਹਨਾਂ ਵਰਗੇ ਬਣਨਾ ਚਾਹੁੰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਨੇਚਰ ਉਸੇ ਤਰੀਕੇ ਨਾਲ ਬਿਹੇਵ ਕਰਨ ਕਰਕੇ ਕਿਤੇ ਨਾ ਕਿਤੇ ਉਹਨਾਂ ਵਰਗੇ ਹੀ ਬਣਨ ਦੀ ਕੋਸ਼ਿਸ਼ ਕਰਦੇ ਆ, ਆਈਡਲ ਮੰਨਦੇ ਆ ਉਹਨਾਂ ਨੂੰ, ਠੀਕ ਹੈ। ਤਾਂ ਜੋ ਆਪਣਾ ਬੋਡੀ ਲੈਂਗੁਏਜ ਹੈ ਐਜ਼ ਅ ਟੀਚਰ, ਜੋ ਆਪਣੀ ਡਰੈਸਿੰਗ ਸੈਂਸ ਹੈ, ਜੋ ਆਪਣਾ ਐਟੀਟਿਊਡ ਹੈ, ਜੋ ਆਪਣਾ ਬਿਹੇਵੀਅਰ ਹੈ, ਜੋ ਵੀ ਆਪਣਾ ਨੋਨ ਵਰਬਲ ਬਿਹੇਵੀਅਰ ਜਿਹਦੇ ਵਿੱਚ ਆਪਣੀ ਜਸਟ ਇੱਕ ਤਰੀਕੇ ਨਾਲ ਦਿਖਾ ਜਾਂਦੀ, ਆਪਾਂ ਕਿਸ ਤਰੀਕੇ ਨਾਲ ਚੱਲ ਰਹੇ ਹਾਂ ਜਾਂ ਆਪਾਂ ਕਿਸ ਤਰੀਕੇ ਨਾਲ ਗੱਲਬਾਤ ਕਰ ਰਹੇ ਹਾਂ, ਆਪਣਾ ਪਹਿਰਾਵਾ, ਉਹ ਸਾਰਾ ਕੁਛ ਨੋਨ ਵਰਬਲ ਦੇ ਵਿੱਚ ਇਨਕਲੂਡਡ ਹੁੰਦਾ। ਕਲੀਅਰ। ਤਾਂ ਇਹ ਚੀਜ਼ਾਂ ਵੀ ਬਹੁਤ ਇੰਪੋਰਟੈਂਟ ਨੇ। ਨੈਕਸਟ ਅਗਰ ਗੱਲ ਕਰੀਏ ਆਪਾਂ ਦੇਖ ਪਾ ਰਹੇ ਇੱਥੇ ਲੈਕਚਰ, ਠੀਕ ਹੈ। ਇੱਥੇ ਤੁਸੀਂ ਐਕਸਪਲੇਨੇਸ਼ਨ ਵੀ ਬੋਲ ਸਕਦੇ ਹੋ ਕਿ ਬੱਚੇ ਨੂੰ ਐਕਸਪਲੇਨ ਕਰਨਾ, ਜੋ ਕਿ ਆਪਾਂ ਡਾਕਟਰ ਪੀ ਕੇ ਪਾਸੇ ਦੇ ਵਿੱਚ ਐਕਸਪਲੇਨੇਸ਼ਨ ਦੇ ਨੇਮ ਤੋਂ ਕੀਤਾ ਸੀ, ਉਹੀ ਆਪਾਂ ਇੱਥੇ ਲੈਕਚਰਿੰਗ ਸਕਿੱਲ ਦੇ ਨਾਮ ਤੋਂ ਕਰ ਰਹੇ ਹਾਂ। ਕੁਛ ਡਿਫਰੈਂਟ ਨਹੀਂ ਹੈ ਦੋਨਾਂ ਦੇ ਵਿੱਚ। ਆਪਾਂ ਲੈਕਚਰ ਕਿਵੇਂ ਐਕਸਪਲੇਨ ਕਰ ਸਕਦੇ ਹਾਂ ਟੋਪਿਕ ਨੂੰ,
ठीक है। ਲੈਕਚਰਿੰਗ ਦਾ ਮਤਲਬ ਕੀ ਹੋ ਗਿਆ, ਐਕਸਪਲੈਨੇਸ਼ਨ। ਤਾਂ ਡਿਫਰੈਂਟ ਇਫੈਕਟਿਵ ਮੈਥਡਸ ਮੈंने ਇੱਥੇ ਲਿਖਿਆ। ਡਿਫਰੈਂਟ ਇਫੈਕਟਿਵ ਜੋ ਮੈਥਡਸ ਨੇ ਆਪਾਂ ਨੂੰ ਉਹਨਾਂ ਨੂੰ ਯੂਜ਼ ਕਰਨੇ ਚਾਹੀਦੇ ਨੇ। ਲਾਈਕ ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਟੀਚਿੰਗ ਏਡਸ ਨੂੰ ਯੂਜ਼ ਕਰੋ, ਐਗਜ਼ਾਮਪਲਸ ਨੂੰ ਯੂਜ਼ ਕਰੋ, ਜਿਹੜੇ ਕਿ ਆਪਾਂ ਡਾਕਟਰ ਪੀ ਕੇ ਪਾਸੇ ਦੇ ਵਿੱਚ ਵੀ ਕੀਤੀਆਂ ਸੀ, ਰਾਈਟ। ਇਨ ਰੀਅਲ ਲਾਈਫ ਐਗਜ਼ਾਮਪਲਸ ਨੂੰ ਯੂਜ਼ ਕਰੋ। ਤਾਂ ਜਿਵੇਂ ਕਿ ਕੋਈ ਪ੍ਰੈਜੈਂਟੇਸ਼ਨ ਨੂੰ, ਸਲਾਈਡਸ ਨੂੰ, ਤਾਂ ਬਹੁਤ ਸਾਰੇ ਤਰੀਕੇ ਨਾਲ ਆਪਾਂ ਬੱਚੇ ਨੂੰ ਐਕਸਪਲੇਨ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਇੱਕ ਚੇਅਰ ਦੇ ਉੱਪਰ ਬੈਠ ਕੇ ਜਾਂ ਇਸ ਤਰੀਕੇ ਨਾਲ ਐਕਸਪਲੇਨ ਕੀਤਾ ਜਾਵੇ। ਇਸ ਤਰੀਕੇ ਨਾਲ ਐਕਸਪਲੇਨ ਕਰੋ ਕਿ ਬੱਚੇ ਜਾਣਨ ਦੀ ਹੋਰ ਕੋਸ਼ਿਸ਼ ਕਰਨ। ਕਲੀਅਰ। ਤਾਂ ਉਹ ਕੀ ਹੋਏਗਾ, ਗੱਲ ਕਰਾਂਗੇ ਆਪਾਂ ਐਕਸਪਲੈਨੇਸ਼ਨ ਡਿਫਰੈਂਟ ਇਫੈਕਟਿਵ ਮੈਥਡਸ ਨਾਲ ਕੀਤੀ ਜਾ ਸਕਦੀ ਹੈ ਅਤੇ ਇਫੈਕਟਿਵ ਮੈਥਡਸ ਨਾਲ ਹੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਪਲੈਨਡ ਰਿਪੀਟੇਸ਼ਨ। ਹੁਣ ਇੱਥੇ ਕੀ ਹੈ, ਰਿਪੀਟੇਸ਼ਨ ਦਾ ਮਤਲਬ ਕੀ ਹੁੰਦਾ, ਕਿਤੇ ਨਾ ਕਿਤੇ ਰਿਵੀਜ਼ਨ ਕਰਨਾ, ਰਿਪੀਟ ਕਰਨਾ। ਬੱਚੇ ਜੋ ਟੋਪਿਕ ਕਰ ਰਹੇ ਨੇ ਉਸਨੂੰ ਟਾਈਮ ਟੂ ਟਾਈਮ ਰਿਪੀਟ ਕਰਦੇ ਰਹਿਣਾ। ਮੂਰੇ ਮੈंने ਇੱਕ ਵਰਡ ਯੂਜ਼ ਕੀਤਾ ਪਲੈਨਡ। ਪਲੈਨ ਦਾ ਮਤਲਬ ਕੀ ਹੁੰਦਾ ਕਿ ਇੱਕ ਪ੍ਰੋਪਰਲੀ ਪਲੈਨ ਦੇ ਨਾਲ ਹੋਣਾ ਚਾਹੀਦਾ। ਇੱਦਾਂ ਨਹੀਂ ਹੈ ਕਿ ਜਦੋਂ ਤੁਹਾਡਾ ਮਨ ਕੀਤਾ ਉਦੋਂ ਬੱਚੇ ਨੂੰ ਕਹਿਤਾ ਅੱਜ ਮੈਂ ਇਸ ਦਾ ਟੈਸਟ ਲਏਗਾ, ਜਦ ਕਿ ਬੱਚੇ ਨੇ ਕੋਈ ਤਿਆਰੀ ਵੀ ਨਹੀਂ ਕੀਤੀ ਹੋਏਗੀ। ਤਾਂ ਉਸ ਰੈਪੀਟੇਸ਼ਨ ਦਾ ਕਿਤੇ ਨਾ ਕਿਤੇ ਬੱਚੇ ਦੇ ਉੱਪਰ ਓਨਾ ਵਧੀਆ ਤਰੀਕੇ ਨਾਲ ਅਸਰ ਨਹੀਂ ਹੋਏਗਾ। ਠੀਕ ਹੈ। ਸਰਪ੍ਰਾਈਜ਼ਸ ਟੈਸਟਸ ਆਰ ਗੁੱਡ, ਬਟ ਉਦੋਂ ਜਦੋਂ ਤੁਹਾਨੂੰ ਲੱਗੇ ਕਿ ਹਾਂਜੀ ਬੱਚੇ ਸਰਪ੍ਰਾਈਜ਼ ਟੈਸਟ ਲਈ ਤਿਆਰ ਨੇ। ਅਗਰ ਆਪਾਂ ਗੱਲ ਕਰੀਏ ਤਾਂ ਪਲੈਨਡ ਰਿਪੀਟੇਸ਼ਨ ਦਾ ਮਤਲਬ ਕੀ ਹੋ ਗਿਆ, ਬੱਚਿਆਂ ਨਾਲ ਦੇ ਟੋਪਿਕਸ ਨੂੰ ਰਿਵਾਈਜ਼ ਕਰਨਾ, ਰਿਪੀਟ ਕਰਨਾ ਇੱਕ ਪ੍ਰੋਪਰਲੀ ਪਲੈਨਿੰਗ ਦੇ ਨਾਲ। ਠੀਕ ਹੈ ਕਿ ਹਾਂਜੀ ਇਸਨੂੰ ਇੱਕ ਵੀਕ ਦੇ ਵਿੱਚ ਇਸ ਤਰੀਕੇ ਨਾਲ ਕੀਤਾ ਜਾਏਗਾ। ਜਾਂ ਫਿਰ ਤੁਸੀਂ ਕਿਹੜੀ ਅਪਰੋਚ ਯੂਜ਼ ਕਰ ਰਹੇ ਹੋ, ਤੁਸੀਂ ਦੇਖ ਰਹੇ ਹੋ ਇੱਥੇ ਇੱਕ ਵਰਡ ਲਿਖਿਆ ਹੋਇਆ ਅਪਰੋਚ। ਤਾਂ ਤੁਸੀਂ ਕਿਹੜੀ ਅਪਰੋਚ ਯੂਜ਼ ਕਰ ਰਹੇ ਹੋ ਉਸਦੀ ਰਿਪੀਟੇਸ਼ਨ ਲਈ। ਠੀਕ ਹੈ। ਜਿਵੇਂ ਕਿ ਸਪਾਇਰਲ ਅਪਰੋਚ ਤੁਸੀਂ ਯੂਜ਼ ਕਰ ਰਹੇ ਹੋ, ਇਹਦਾ ਮਤਲਬ ਕੀ ਹੋ ਗਿਆ ਕਿ ਇੱਕ ਟੋਪਿਕ, ਇੱਕ ਪੂਰਾ ਲੈਸਨ ਹੈ ਜਿਸ ਨੂੰ ਤੁਸੀਂ ਛੋਟੇ ਟੋਪਿਕਸ ਦੇ ਵਿੱਚ ਡਿਵਾਈਡ ਕਰ ਲਿਆ। ਠੀਕ ਹੈ। ਤੁਸੀਂ ਪਹਿਲਾਂ ਇੱਕ ਟੋਪਿਕ ਨੂੰ ਕਵਰ ਕੀਤਾ। ਠੀਕ ਹੈ। ਜੋ ਤੁਸੀਂ ਸੈਕਿੰਡ ਟੋਪਿਕ ਕਰ ਰਹੇ ਹੋ ਉਸਦੇ ਨਾਲ ਉਸਦੇ ਫਸਟ ਦੀ ਰਿਵੀਜ਼ਨ ਕਰ ਰਹੇ ਹੋ। ਜੋ ਤੁਸੀਂ ਸੈਕਿੰਡ ਟੋਪਿਕ ਵੀ ਕੰਪਲੀਟ ਕਰ ਲਿਆ, ਥਰਡ ਦੇ ਨਾਲ ਕੀ ਕਰ ਰਹੇ ਹੋ, ਫਸਟ ਔਰ ਸੈਕਿੰਡ ਦੀ ਰਿਵੀਜ਼ਨ ਕਰ ਰਹੇ ਹੋ। ਤਾਂ ਮਤਲਬ ਅਗਲਾ ਚੱਲਦੇ ਤੁਸੀਂ ਨਾਲ ਪਿਛਲੇ ਦੀ ਰਿਵੀਜ਼ਨ ਸਾਰੇ ਦੀ ਲਗਾਤਾਰ ਕਰਦੇ ਜਾ ਰਹੇ ਹੋ। ਤਾਂ ਉਹ ਕੀ ਹੋ ਗਿਆ, ਸਪਾਇਰਲ ਅਪਰੋਚ ਹੋ ਗਈ। ਤਾਂ ਇਸ ਤਰੀਕੇ ਨਾਲ ਬਹੁਤ ਸਾਰੇ ਡਿਫਰੈਂਟ ਅਪਰੋਚਸ ਹੁੰਦੀਆਂ ਨੇ ਜਿਹਦੀ ਹੈਲਪ ਨਾਲ ਤੁਸੀਂ ਕਿਵੇਂ ਰਿਵੀਜ਼ਨ ਕਰਨੀ ਹੈ, ਜਿਸ ਤਰੀਕੇ ਨਾਲ ਬੱਚੇ ਅੱਛੇ ਤਰੀਕੇ ਨਾਲ ਸਿੱਖ ਸਕਣ, ਲਰਨਿੰਗ ਉਹਨਾਂ ਦੀ ਹੋ ਸਕੇ, ਤਾਂ ਉਹ ਡਿਪੈਂਡ ਹੋ ਜਾਂਦਾ ਹੈ। ਠੀਕ ਹੈ ਜੀ। ਨੈਕਸਟ ਅਗਰ ਗੱਲ ਕਰੀਏ 10th ਆਪਾਂ ਇੱਥੇ ਦੇਖ ਪਾ ਰਹੇ ਹਾਂ 10th ਪੁਆਇੰਟ। ਠੀਕ ਹੈ। ਬਿਲਕੁਲ ਉਹੀ ਚੀਜ਼ ਆ ਜਾਂਦੀ ਹੈ, ਟੀਚਿੰਗ ਏਡਸ ਨੂੰ ਯੂਜ਼ ਕਰਨਾ। ਟੀਚਿੰਗ ਏਡਸ ਨੂੰ ਸੇਮ ਪੁਆਇੰਟ ਆਪਾਂ ਕਰਕੇ ਆਏ ਸੀ ਡਾਕਟਰ ਪੀ ਕੇ ਪਾਸਿਸ ਦੇ ਪ੍ਰਿੰਸੀਪਲਸ ਦੇ ਵਿੱਚ ਕਿ ਆਪਣੀ ਜੋ ਟੀਚਿੰਗ ਏਡਸ ਨੇ ਉਹਨਾਂ ਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਯੂਜ਼ ਕਰਨਾ। ਕਿੱਥੇ ਆਡੀਓ, ਕਿੱਥੇ ਵੀਡੀਓ, ਸਭ ਕੁਝ ਆਪਾਂ ਨੂੰ ਪ੍ਰੋਪਰਲੀ ਇੱਕ ਔਰਗਨਾਈਜੇਸ਼ਨ ਦੇ ਵਿੱਚ ਸਹੀ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ। ਨੈਕਸਟ ਅਗਰ ਗੱਲ ਕਰੀਏ 11th। ਠੀਕ ਹੈ ਜੀ। ਅਟੈਂਡਿੰਗ ਬਿਹੇਵੀਅਰ ਦੇ ਵਿੱਚ ਕੀ ਚੀਜ਼ ਹੈ, ਸੇਮ ਉਹੀ ਪੁਆਇੰਟ ਹੈ, ਬਲਕਿ ਉੱਥੇ ਪੂਰਾ ਡਿਟੇਲ ਦੇ ਵਿੱਚ ਤਾਂ ਹੀ ਕਹਿੰਦੇ ਹਾਂ, ਤੁਹਾਡੇ ਕੋਲ ਅਗਰ ਹੈ ਲਿਖਿਆ ਹੋਇਆ ਰਿਟਨ ਦੇ ਵਿੱਚ ਤਾਂ ਤੁਸੀਂ ਉੱਥੋਂ ਕਰ ਸਕਦੇ ਹੋ। ਤਾਂ ਅਟੈਂਡਿੰਗ ਬਿਹੇਵੀਅਰ ਜਿਵੇਂ ਕਿ ਉੱਥੇ ਵੀ ਸੇਮ ਚੀਜ਼ਾਂ ਨੇ ਸਾਰੀਆਂ। ਤਾਂ ਦੁਬਾਰਾ ਚਲੋ ਦੇਖ ਲੈਂਦੇ ਹਾਂ। ਸਟੂਡੈਂਟ ਟੀਚਰ ਡਿਸਟੈਂਸ ਹੋਣਾ ਚਾਹੀਦਾ। ਸਟੂਡੈਂਟ ਅਤੇ ਟੀਚਰ ਵਿੱਚ ਇੱਕ ਗੈਪ ਹੋਣਾ ਚਾਹੀਦਾ। ਜ਼ਿਆਦਾ ਫਰੈਂਡਲੀ ਜਾਂ ਜ਼ਿਆਦਾ ਸਟ੍ਰਿਕਟਨੈਸ ਨਹੀਂ ਹੋਣੀ ਚਾਹੀਦੀ। ਸਟ੍ਰਿਕਟਨੈਸ ਹੋਣੀ ਚਾਹੀਦੀ ਹੈ ਬਟ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਬੱਚੇ ਤੁਹਾਡੇ ਜ਼ਿਆਦਾ ਫਰੈਂਡਲੀ ਮੀਨ ਟੂ ਸੇ ਇੱਦਾਂ ਨਾ ਹੋਵੇ ਕਿ ਬੱਚੇ ਤੁਹਾਡੀ ਗੱਲ ਹੀ ਨਾ ਮੰਨਣ, ਬਿਲਕੁਲ ਆਪਣੀ ਦੋਸਤ ਦੀ ਤਰ੍ਹਾਂ ਨਾਲ ਲੱਗ ਜਾਣ, ਇਨਫੋਰਮਲ ਵੇ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਹੇ ਨੇ। ਠੀਕ ਹੈ। ਤਾਂ ਜ਼ਿਆਦਾ ਫਰੈਂਡਲੀ ਵੀ ਨਹੀਂ ਹੋਣਾ ਚਾਹੀਦਾ ਕਿ ਬੱਚੇ ਤੁਹਾਡੀ ਗੱਲ ਹੀ ਨਾ ਮੰਨਣ, ਔਰ ਜ਼ਿਆਦਾ ਸਟ੍ਰਿਕਟਨੈਸ ਵੀ ਨਹੀਂ ਹੋਣਾ ਚਾਹੀਦਾ ਕਿ ਬੱਚੇ ਤੁਹਾਡੇ ਤੋਂ ਇੰਨਾ ਜ਼ਿਆਦਾ ਡਰਨ। ਠੀਕ ਹੈ। ਅਤੇ ਇੱਕ ਡਿਸਟੈਂਸ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਔਰ ਉਹ ਇੱਕ ਦੂਸਰੇ ਦੇ ਕੰਫਰਟ ਲੈਵਲ ਦੇ ਵਿੱਚ ਹੋ ਸਕੋ। ਦੈਟਸ ਇਟ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਊਂਡਸ ਲਗਾਉਣਾ, ਤੁਹਾਡਾ ਓਰੀਐਂਟੇਸ਼ਨ, ਵਰਬਲ ਨੋਨ ਵਰਬਲ, ਪੂਰਾ ਐਕਸਪਲੈਨੇਸ਼ਨ ਆਪਾਂ ਇਸ ਦੇ ਉੱਪਰ ਕਰ ਚੁੱਕੇ ਹਾਂ। ਅਤੇ ਹੋਰ ਵੀ ਮੇਰੇ ਖਿਆਲ 'ਚ ਬਹੁਤ ਸਾਰੇ ਪੁਆਇੰਟ ਸੀ ਜੋ ਆਪਾਂ ਅਟੈਂਡਿੰਗ ਬਿਹੇਵੀਅਰ 'ਚ ਕੀਤੇ ਸੀ, ਤੁਸੀਂ ਉਹਨਾਂ ਨੂੰ ਵੀ ਇੱਥੇ ਐਡ ਕਰ ਸਕਦੇ ਹੋ। ਕਿਉਂਕਿ ਅਟੈਂਡਿੰਗ ਬਿਹੇਵੀਅਰ ਦਾ ਮਤਲਬ ਕੀ ਹੋ ਗਿਆ, ਟੀਚਰ ਕਿਸ ਤਰੀਕੇ ਨਾਲ ਬਿਹੇਵ ਕਰ ਰਿਹਾ ਹੈ, ਕਿਹੜੇ ਸਕਿੱਲਸ ਨੂੰ ਯੂਜ਼ ਕਰ ਰਿਹਾ ਹੈ, ਕਿੱਦਾਂ ਬਿਹੇਵ ਕਰਕੇ ਬੱਚਿਆਂ ਨਾਲ ਗੱਲਬਾਤ ਕਰ ਰਿਹਾ ਹੈ, ਉਹ ਸਾਰਾ ਕੁਛ ਇਹਦੇ ਵਿੱਚ ਐਡ ਹੁੰਦਾ ਹੈ। ਠੀਕ ਹੈ। ਤਾਂ ਸੇਮ ਪੁਰਾਣਾ ਹੀ ਪੁਆਇੰਟ ਹੈ। ਰੀਇਨਫੋਰਸਮੈਂਟ ਵੀ ਬਿਲਕੁਲ ਸੇਮ ਉਹੀ ਚੀਜ਼ ਹੈ। ਰੀਇਨਫੋਰਸਮੈਂਟ ਵਿੱਚ ਵੀ ਆਪਾਂ ਉਹੀ ਪੜ੍ਹਿਆ ਸੀ ਕਿ ਦੁਬਾਰਾ ਤੋਂ ਬਲ ਦੇਣਾ, ਟਾਈਮ ਟੂ ਟਾਈਮ ਬੱਚਿਆਂ ਨੂੰ ਦੁਬਾਰਾ ਐਨਰਜੀ ਦੇਣਾ ਜ਼ਰੂਰੀ ਹੈ, ਦੁਬਾਰਾ ਫੋਰਸ ਕਰਨਾ ਉਹਨਾਂ ਨੂੰ ਜ਼ਰੂਰੀ ਹੈ। ਤਾਂ ਰੀਇਨਫੋਰਸਮੈਂਟ ਟਾਈਮ 'ਤੇ ਮਿਲਦੀ ਰਹਿਣੀ ਚਾਹੀਦੀ ਹੈ। ਹੁਣ ਅੱਗੇ ਤੁਸੀਂ ਜੋ ਪੁਆਇੰਟ ਦੇਖ ਪਾ ਰਹੇ ਹੋ ਉਸ ਨੂੰ ਆਪਾਂ ਐਕਸਪਲੇਨ ਕਰਦੇ ਹਾਂ, ਕਿਉਂਕਿ ਇਹ ਇੱਕ ਨਵਾਂ ਪੁਆਇੰਟ ਹੈ ਜੋ ਕਿ ਪਿਛਲੇ ਪ੍ਰਿੰਸੀਪਲਸ ਦੇ ਵਿੱਚ ਨਹੀਂ ਸੀ। ਕੰਪਲੀਟਨੈਸ ਆਫ ਕਮਿਊਨੀਕੇਸ਼ਨ ਕੀ ਹੁੰਦਾ, ਗੱਲਬਾਤ ਕਰਨਾ। ਠੀਕ ਹੈ ਜੀ। ਹੁਣ ਕਮਿਊਨੀਕੇਸ਼ਨ ਗੱਲਬਾਤ ਕਰਨ ਦਾ ਮਤਲਬ ਕੀ ਹੋ ਗਿਆ, ਅਗਰ ਆਪਾਂ ਬੱਚਿਆਂ ਨਾਲ ਗੱਲਬਾਤ ਨਹੀਂ ਕਰਦੇ, ਆਪਾਂ ਜਸਟ ਆਉਂਦੇ ਹਾਂ। ਠੀਕ ਹੈ। ਔਰ ਬੱਚਿਆਂ ਨਾਲ ਪ੍ਰੋਪਰਲੀ ਆਪਾਂ ਕਹੀਏ ਫਰੈਂਡਲੀ ਥੋੜ੍ਹਾ ਜਿਹਾ ਹੋਣਾ ਚਾਹੀਦਾ। ਔਰ ਥੋੜ੍ਹਾ ਜਿਹਾ ਫਰੈਂਡਲੀ ਟੀਚਰ ਸਟੂਡੈਂਟਸ ਨਾਲ ਕਦੋਂ ਹੋਏਗਾ, ਜਦੋਂ ਉਹਨਾਂ ਨਾਲ ਇੱਕ ਨਾਈਸ ਵੇ ਦੇ ਵਿੱਚ, ਗੁੱਡ ਵੇ ਦੇ ਵਿੱਚ ਕਨਵਰਸੇਸ਼ਨ ਕਰ ਸਕੇਗਾ। ਠੀਕ ਹੈ। ਤਾਂ ਉੱਥੇ ਕੀ ਹੁੰਦਾ, ਕੰਪਲੀਟਨੈਸ ਆਫ ਕਮਿਊਨੀਕੇਸ਼ਨ ਦਾ ਮਤਲਬ ਸਿੰਪਲ ਸ਼ਬਦਾਂ ਵਿੱਚ ਇਹ ਹੋ ਜਾਂਦਾ ਹੈ ਕਿ ਟੀਚਰ ਲਈ ਇਹ ਕਿਤੇ ਨਾ ਕਿਤੇ ਜ਼ਰੂਰੀ ਹੈ ਕਿ ਉਹ ਬੱਚਿਆਂ ਨਾਲ ਅੱਛੇ ਤਰੀਕੇ ਨਾਲ, ਨਾਈਸ ਵੇ ਦੇ ਨਾਲ, ਨੋਟ ਇਨ ਅ ਸਟ੍ਰਿਕਟ ਵੇ, ਅੱਛੇ ਵੇ ਦੇ ਨਾਲ, ਨਾਈਸ ਵੇ ਦੇ ਨਾਲ ਹਰ ਇੱਕ ਗੱਲ ਨੂੰ ਕਮਿਊਨੀਕੇਟ ਕਰ ਸਕੇ। ਠੀਕ ਹੈ। ਤਾਂ ਹੁਣ ਇਹ ਸਾਰੀਆਂ ਚੀਜ਼ਾਂ
ਬਹੁਤ ਜ਼ਰੂਰੀ ਨੇ, ਠੀਕ ਹੈ, ਅਤੇ ਬੱਚੇ ਦੀ ਲਰਨਿੰਗ ਲਈ ਵੀ ਬਹੁਤ ਜ਼ਰੂਰੀ ਨੇ। ਤੁਸੀਂ ਇੱਥੇ ਦੇਖ ਪਾ ਰਹੇ ਹੋ, ਫੋਰ ਅ ਟੀਚਰ ਇਟ ਇਜ਼ ਨੈਸੈਸਰੀ ਟੂ ਹੈਵ ਅ ਗੁੱਡ ਕਮਿਊਨੀਕੇਸ਼ਨ ਸਕਿੱਲ। ਬੱਚੇ ਨਾਲ ਜੋ ਕਮਿਊਨੀਕੇਸ਼ਨ ਹੁੰਦੀ ਹੈ ਉਹ ਅੱਛੇ ਵੇ ਦੇ ਵਿੱਚ ਹੋਣੀ ਚਾਹੀਦੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਅਚੀਵਿੰਗ ਕਲੋਜ਼ਰ ਦੇ ਵਿੱਚ ਕੀ ਹੈ, ਬਿਲਕੁਲ ਉਹੀ ਸੇਮ ਪੁਆਇੰਟ ਹੈ। ਅਚੀਵਿੰਗ ਕਲੋਜ਼ਰ ਮਤਲਬ ਇੱਕ ਤਰੀਕੇ ਨਾਲ ਸਮਰਾਈਜ਼ ਕਰ ਦੇਣਾ। ਸਮਰਾਈਜ਼ ਦਾ ਮਤਲਬ ਕੀ ਹੋਗਾ, ਤੁਸੀਂ ਜਦੋਂ ਟੋਪਿਕ ਨੂੰ ਐਂਡ ਕਰ ਰਹੇ ਹੋ ਤਾਂ ਬੋਰਡ ਦੇ ਉੱਪਰ ਉਸਨੂੰ ਸਮਰਾਈਜ਼ ਕਰਨਾ, ਜਾਂ ਫਿਰ ਕਿਸ ਤਰੀਕੇ ਨਾਲ ਉਸਦੀ ਰਿਵੀਜ਼ਨ ਕਰਨੀ ਹੈ, ਠੀਕ ਹੈ, ਇਹ ਸਾਰਾ ਕੁਛ ਉਸ ਸਮ ਅਪ ਕਰਨਾ, ਜਾਂ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਉਸਦੀ ਰਿਪੀਟ ਕਰਨਾ, ਰਿਵੀਜ਼ਨ ਕਰਨੀ ਹੈ, ਸਾਰਾ ਕੁਛ ਕਿਹਦੇ ਵਿੱਚ ਆਏਗਾ, ਅਚੀਵਿੰਗ ਕਲੋਜ਼ਰ ਦੇ ਵਿੱਚ ਆਏਗਾ, ਠੀਕ ਹੈ ਜੀ। ਅਤੇ ਇਹ ਸਾਰੇ ਪੁਆਇੰਟਸ ਆਪਾਂ ਪੂਰਾ ਡਿਟੇਲ ਦੇ ਵਿੱਚ ਕੀਤਾ ਹੋਇਆ, ਤਾਂ ਹੀ ਤੁਹਾਨੂੰ ਕਹਿ ਰਹੀ ਸੀ ਵੀ ਇੱਕ ਵਾਰੀ ਤੁਸੀਂ ਵੀ ਅਗਰ ਹਾਲੇ ਤੱਕ ਪ੍ਰੀਵੀਅਸ ਵੀਡੀਓ ਨਹੀਂ ਦੇਖਿਆ ਇਫੈਕਟਿਵ ਟੀਚਿੰਗ ਸਕਿੱਲ ਦਾ, ਦੇਖ ਲਓ, ਕੋਈ ਵੀ ਡਾਊਟ ਨਹੀਂ ਰਹੇਗਾ ਤੁਹਾਨੂੰ, ਕਿਉਂਕਿ ਉਹ 'ਚ ਆਪਾਂ ਪੂਰਾ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੋਇਆ। ਅਤੇ ਤੁਸੀਂ ਇੱਥੇ ਦੇਖ ਪਾ ਰਹੇ ਹੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ NCERT ਦੁਆਰਾ ਦਿੱਤੀਆਂ ਗਈਆਂ ਟੀਚਿੰਗ ਇਫੈਕਟਿਵ ਸਕਿੱਲਸ ਦੇ ਪ੍ਰਿੰਸੀਪਲਸ ਬੋਲ ਲਓ, ਠੀਕ ਹੈ, ਜੋ ਕਿ ਉਹਨਾਂ ਨੇ 1982 ਦੇ ਵਿੱਚ ਦਿੱਤੇ ਸੀ। ਸਨ ਤੁਹਾਡੇ ਸਾਹਮਣੇ ਲਿਖਿਆ ਹੋਇਆ, ਤਾਂ ਬਿਲਕੁਲ ਇਹਨਾਂ ਨੂੰ ਡਿਸਕਸ ਕਰਦੇ ਹਾਂ ਆਪਾਂ। ਉਹੀ ਸਾਰਾ ਕੁਛ ਹੈ, ਕੋਈ ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਤੁਹਾਨੂੰ ਸਮਝ ਨਹੀਂ ਹੋਏਗਾ। ਫਸਟ ਚੀਜ਼ ਤੁਸੀਂ ਦੇਖ ਪਾ ਰਹੇ ਹੋ, ਰਾਈਟਿੰਗ ਇੰਸਟਰਕਸ਼ਨਲ ਓਬਜੈਕਟਿਵ। ਉਹੀ ਚੀਜ਼ ਹੈ, ਰਾਈਟਿੰਗ ਇੰਸਟਰਕਸ਼ਨਸ ਕੀ ਹੁੰਦੀਆਂ ਕਿ ਪ੍ਰੋਪਰਲੀ ਬੋਰਡ ਕਲੀਨ ਹੋਣਾ ਚਾਹੀਦਾ ਹੈ, ਤੁਹਾਡੇ ਹਰ ਇੱਕ ਇੰਸਟਰਕਸ਼ਨ ਬੋਰਡ ਦੇ ਉੱਪਰ ਲਿਖੀ ਹੋਣੀ ਚਾਹੀਦੀ ਹੈ, ਠੀਕ ਹੈ। ਹੁਣ ਇੱਥੇ ਤੁਸੀਂ ਧਿਆਨ ਰੱਖਿਓ ਕਿ PK ਪਾਸੇ ਦੁਆਰਾ ਦਿੱਤੀਆਂ ਗਈਆਂ ਸੀ ਜੋ, ਉਹ 12 ਸੀ, ਰਿਆਨ ਦੁਆਰਾ ਦਿੱਤੀ ਗਈਆਂ ਸੀ ਉਹ ਕਿੰਨੀਆਂ ਸੀ, 14 ਸੀ, ਔਰ NCERT ਦੁਆਰਾ ਜੋ ਦਿੱਤੀ ਗਏ ਪ੍ਰਿੰਸੀਪਲਸ ਨੇ ਉਹ 13 ਨੇ। ਹੁਣ ਆਪਾਂ ਉਹਨਾਂ 13 ਪ੍ਰਿੰਸੀਪਲਸ ਨਾਲ ਨੂੰ ਡਿਸਕਸ ਕਰ ਰਹੇ ਹਾਂ। ਫਸਟ ਤੁਹਾਡੇ ਸਾਹਮਣੇ ਰਾਈਟਿੰਗ ਇੰਸਟਰਕਸ਼ਨਲ ਓਬਜੈਕਟਿਵ, ਮਤਲਬ ਤੁਹਾਡਾ ਪੂਰਾ ਦਾ ਪੂਰਾ ਜੋ ਬੋਰਡ ਹੈ ਉਸ ਦੇ ਉੱਪਰ ਪ੍ਰੋਪਰ ਇੰਸਟਰਕਸ਼ਨਸ ਨੇ। ਡਿਊਰਿੰਗ ਇੰਟਰੋਡਕਸ਼ਨ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਉੱਥੇ ਲਿਖਿਆ ਹੋਣੀਆਂ ਚਾਹੀਦੀਆਂ ਨੇ। ਆਫਟਰ ਦੈਟ ਔਰਗਨਾਈਜ਼ਿੰਗ ਦ ਕੰਟੈਂਟ ਨੂੰ ਇੱਕ ਔਰਗਨਾਈਜੇਸ਼ਨ ਦੇ ਵਿੱਚ ਮਤਲਬ ਔਰਗਨਾਈਜ਼ ਕਰਨਾ। ਔਰਗਨਾਈਜ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਟੋਪਿਕ ਕਰਵਾਉਣਾ ਹੈ, ਇਹ ਗੱਲ ਮੇ ਵੀ ਆਪਾਂ ਪ੍ਰੀਵੀਅਸ ਵੀਡੀਓ 'ਚ ਵੀ ਕੀਤੀ ਸੀ ਕਿ ਕੋਈ ਵੀ ਅਗਰ ਤੁਸੀਂ ਟੋਪਿਕ ਕਰਵਾਉਣਾ ਹੈ ਤਾਂ ਉਸਨੂੰ ਕੀ ਕਰਨਾ ਚਾਹੀਦਾ, ਇੱਕ ਪ੍ਰੋਪਰ ਵੇ ਦੇ ਵਿੱਚ ਔਰਗਨਾਈਜ਼ ਕਰਨਾ ਚਾਹੀਦਾ ਕਿ ਮੈਨੇ ਇੰਨਾ ਟਾਈਮ ਥਿਊਰੀ ਕਰਵਾਉਣੀ ਹੈ, ਇੰਨਾ ਟਾਈਮ ਪ੍ਰੈਕਟੀਕਲ ਹੋਏਗਾ, ਇੰਨਾ ਟਾਈਮ ਮੈਨੇ ਸਲਾਈਡ ਦੇ ਉੱਪਰ ਪ੍ਰੈਜੈਂਟੇਸ਼ਨ ਦੇਣੀ ਹੈ, ਜਾਂ ਇੰਨਾ ਟਾਈਮ ਕੁਛ ਵੀ। ਇੱਕ ਲੈਕਚਰ ਦੀ ਪ੍ਰੋਪਰ ਔਰਗਨਾਈਜੇਸ਼ਨ ਹੋਣੀ ਚਾਹੀਦੀ ਹੈ। ਜਾਂ ਫਿਰ ਇਸ ਤੋਂ ਇਲਾਵਾ ਜੇਕਰ ਤੁਸੀਂ ਟੀਚਿੰਗ ਏਡਸ ਨੂੰ ਯੂਜ਼ ਕਰ ਰਹੇ ਹੋ ਤਾਂ ਜੇਕਰ ਤੁਹਾਨੂੰ ਖੁਦ ਹੀ ਨਹੀਂ ਪਤਾ ਕਿ ਟੀਚਿੰਗ ਏਡਸ ਨੂੰ ਯੂਜ਼ ਕਿਵੇਂ ਕਰਨਾ ਤਾਂ ਹਾਊ ਕੈਨ ਯੂ ਟੀਚ। ਤਾਂ ਇੱਥੇ ਕੀ ਹੋ ਜਾਂਦਾ ਕਿ ਇੱਕ ਪ੍ਰੋਪਰ ਔਰਗਨਾਈਜੇਸ਼ਨ ਹੋਣੀ ਚਾਹੀਦੀ ਹੈ। ਔਰਗਨਾਈਜੇਸ਼ਨ ਮਤਲਬ ਇੱਕ ਸਹੀ ਤਰੀਕੇ ਨਾਲ ਆਪਣਾ ਪੂਰਾ ਪਲੈਨਡ ਹੋਣਾ ਚਾਹੀਦਾ ਕਿ ਇੰਨਾ ਟਾਈਮ ਇਸ ਚੀਜ਼ ਨੂੰ ਲੱਗੇਗਾ ਔਰ ਇੰਨੇ ਟਾਈਮ ਦੇ ਵਿੱਚ ਮੈਨੇ ਇਸ ਟੋਪਿਕ ਨੂੰ ਇੱਦਾਂ ਕਵਰ ਕਰਨਾ ਹੈ, ਠੀਕ ਹੈ ਜੀ। ਨੈਕਸਟ ਅਗਰ ਗੱਲ ਕਰੀਏ ਕ੍ਰੀਏਟਿੰਗ ਸੈਟ ਫੋਰ ਚੈਪਟਰ ਇੰਟਰੋਡਕਸ਼ਨ। ਚੈਪਟਰ ਇੰਟਰੋਡਕਸ਼ਨ ਲਈ ਪੂਰਾ ਸੈਟ ਕ੍ਰੀਏਟ ਹੋਣਾ ਚਾਹੀਦਾ, ਮਤਲਬ ਚੈਪਟਰ ਇੰਟਰੋਡਕਸ਼ਨ ਅੱਛੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸਟਰਕਚਰ ਹੋਣਾ ਚਾਹੀਦਾ ਕਲਾਸਰੂਮ ਕੁਐਸਚਨਸ ਦਾ। ਕਲਾਸਰੂਮ ਦੇ ਵਿੱਚ ਜੋ ਕੁਐਸਚਨਸ ਪੁੱਛੇ ਜਾਂਦੇ ਆ ਬੱਚਿਆਂ ਤੋਂ, ਚਾਹੇ ਉਹ ਪ੍ਰੋਬਿੰਗ ਕੁਐਸਚਨਸ ਹੋਣ, ਆਪਾਂ ਕਹਿ ਸਕਦੇ ਹਾਂ ਕਿ ਡਾਇਗਨੋਸਟਿਕ ਹੋਣ, ਜਾਂ ਫਿਰ ਅਗਰ ਗੱਲ ਕਰੀਏ ਸਿੰਪਲ ਕੁਐਸਚਨਸ ਹੋਣ, ਤਾਂ ਉਹ ਕੁਐਸਚਨ ਕਿਹੜੇ ਹੋਣਗੇ। ਤੁਸੀਂ ਟੋਪਿਕ ਕਰਵਾ ਰਹੇ ਹੋ ਕੋਈ ਵੀ ਲੈਂਗੁਏਜ ਨਾਲ ਰਿਲੇਟਡ, ਠੀਕ ਹੈ, ਤੁਸੀਂ ਕੁਐਸਚਨਸ ਪੁੱਛ ਰਹੇ ਹੋ ਪੋਲਿਊਸ਼ਨ ਨਾਲ ਰਿਲੇਟਡ, ਚੱਲੇਗਾ ਨਹੀਂ ਚੱਲੇਗਾ। ਤਾਂ ਇੱਕ ਤਰੀਕੇ ਨਾਲ ਤੁਸੀਂ ਪਹਿਲਾਂ ਆਪਣੇ ਕੁਐਸਚਨਸ ਨੂੰ ਤਿਆਰ ਕਰਕੇ ਜਾਓ ਤਾਂ ਕਿ ਤੁਸੀਂ ਉੱਥੇ ਬੱਚਿਆਂ ਦੇ ਵਿੱਚ ਜਾ ਕੇ ਕਨਫਿਊਜ਼ ਨਾ ਹੋਵੋ ਕਿ ਹਾਂਜੀ ਹੁਣ ਮੈਂ ਕਿਹੜਾ ਕੁਐਸਚਨ ਪੁੱਛਾਂ, ਠੀਕ ਹੈ। ਤਾਂ ਉੱਥੇ ਕੀ ਹੋਏਗਾ, ਆਪਣੇ ਜੋ ਕੁਐਸਚਨਸ ਨੇ ਉਹ ਪਹਿਲਾਂ ਤੋਂ ਇੱਕ ਸਟਰਕਚਰ ਦੇ ਵਿੱਚ ਪ੍ਰੋਪਰ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਗਰ ਪਹਿਲਾਂ ਮੈਂ ਸਿੰਪਲ ਕੁਐਸਚਨਸ ਪੁੱਛ ਰਿਹਾ ਤਾਂ ਮੈਨੂੰ ਟੋਪਿਕ ਨਾਲ ਰਿਲੇਟਡ ਹੀ ਪੁੱਛਣੇ ਆ ਔਰ ਇਹ ਕੁਐਸਚਨਸ ਨੇ ਜਿਹੜੇ ਸਹੀ ਰਹਿਣਗੇ ਕਿਉਂਕਿ ਇਹ ਕੁਐਸਚਨਸ ਕੀ ਨੇ, ਬੇਸਿਕ ਨਾਲ ਰਿਲੇਟਡ ਨੇ। ਅਗਰ ਮੈਂ ਪ੍ਰੋਬਲਮ ਕੁਐਸਚਨਸ ਪੁੱਛ ਰਿਹਾ ਤਾਂ ਉਹਦੇ ਵਿੱਚ ਕਿਹੜੀ ਪ੍ਰੋਬਲਮਸ ਮੈਂ ਬੱਚੇ ਸਾਹਮਣੇ ਰੱਖ ਸਕਦਾ ਜਾਂ ਕਿਹੜੇ ਕੁਐਸਚਨ ਮੈਂ ਪੁੱਛ ਸਕਦਾ ਜਿਹਦੇ ਵਿੱਚ ਬੱਚਿਆਂ ਨੂੰ ਸੋਚਣਾ ਪਵੇ। ਤਾਂ ਉਹ ਸਾਰੇ ਕੁਐਸਚਨਸ ਤੁਸੀਂ ਖੁਦ ਪਹਿਲਾਂ ਔਰਗਨਾਈਜ਼ ਕਰਕੇ ਫਿਰ ਕਲਾਸਰੂਮ ਦੇ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕੁਐਸਚਨਸ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਅਤੇ ਇੱਕ ਪ੍ਰੋਪਰ ਕੀ ਹੋਣਾ ਚਾਹੀਦਾ, ਸਟਰਕਚਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਤਿਆਰ ਹੋਣਾ ਚਾਹੀਦਾ। ਐਕਸਪਲੇਨ ਮੈਥਡ ਬਹੁਤ ਇੰਪੋਰਟੈਂਟ ਹੁੰਦਾ, ਐਕਸਪਲੇਨ ਕਿਸ ਤਰੀਕੇ ਨਾਲ ਕਰਨਾ, ਠੀਕ ਹੈ। ਟੀਚਿੰਗ ਏਡਸ ਤਾਂ ਚਲੋ ਬਿਲਕੁਲ ਹਰ ਇੱਕ ਦੇ ਵਿੱਚ ਇੰਪੋਰਟੈਂਟ ਹੀ ਹੈ, ਜ਼ਰੂਰੀ ਹੈ, ਆਉਂਦੀ ਵੀ ਹੈ। ਅਸਾਈਨਮੈਂਟਸ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਅਸਾਈਨਮੈਂਟਸ ਦੇ ਨਾਲ ਕੀ ਹੁੰਦਾ, ਜਦੋਂ ਆਪਾਂ ਬੱਚੇ ਨੂੰ ਅਸਾਈਨਮੈਂਟਸ ਕਰਨ ਲਈ ਦਿੰਦੇ ਹਾਂ ਤਾਂ ਉਹਨਾਂ ਦੀ ਕਾਫੀ ਹੱਦ ਤੱਕ ਰੈਪੀਟੇਸ਼ਨ ਰਿਵਾਈਜ਼ ਹੁੰਦਾ ਉਹਨਾਂ ਦਾ, ਜੋ ਵੀ ਟੋਪਿਕ ਤੁਸੀਂ ਉਹਨਾਂ ਨੂੰ ਐਜ਼ ਅ ਅਸਾਈਨਮੈਂਟ ਦਿੰਦੇ ਹੋ, ਠੀਕ ਹੈ। ਇਵੈਲੂਏਟ ਪੂਪਲ ਪ੍ਰੋਗਰੈਸ, ਬੱਚੇ ਕਿੰਨਾ ਕੁ ਪ੍ਰੋਗਰੈਸ ਕਰ ਰਹੇ ਨੇ, ਇਸ ਚੀਜ਼ ਨੂੰ ਨਾਲ ਮਾਪਣਾ ਜ਼ਰੂਰੀ ਹੈ। ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਟੋਪਿਕ ਕਰਵਾ ਰਹੇ ਹੋ, ਠੀਕ ਹੈ, ਜਦੋਂ ਤੁਸੀਂ ਉਸਦਾ ਫਸਟ ਟਾਈਮ ਐਜ਼ ਅ ਟੈਸਟ ਤੁਸੀਂ ਕਹਿ ਸਕਦੇ ਹੋ, ਜਿਹੜੇ ਵੀ ਤਰੀਕੇ ਨਾਲ ਤੁਸੀਂ ਟੈਸਟ ਲੈ ਰਹੇ ਹੋ, ਜਿਹੜੇ ਵੀ ਮੈਥਡ ਨਾਲ ਲੈ ਰਹੇ ਹੋ, ਤਾਂ ਉਹਦੇ ਵਿੱਚ ਬੱਚਿਆਂ ਦਾ ਕਿੰਨਾ ਕੁ ਪ੍ਰੋਗਰੈਸ ਸੀ। ਆਫਟਰ ਦੈਟ ਤੁਸੀਂ ਆਫਟਰ 1 ਮੰਥ ਜਾਂ 2 ਹਫ਼ਤੇ ਜਾਂ ਜਿੰਨੇ ਵੀ ਟਾਈਮ ਬਾਅਦ ਤੁਸੀਂ ਉਸੇ ਟੋਪਿਕ ਦਾ ਦੁਬਾਰਾ ਟੈਸਟ ਲੈ ਰਹੇ ਹੋ ਤਾਂ ਬੱਚੇ 'ਚ ਕਿੰਨਾ ਕੁ ਪ੍ਰੋਗਰੈਸ ਹੈ। ਤਾਂ ਮਤਲਬ ਕੀ ਹੈ, ਨੋਟ ਅ ਫੋਰ ਅ ਪਰਟੀਕੂਲਰ ਟੋਪਿਕ, ਮੈਂ ਇੱਥੇ ਆਲ ਓਵਰ ਲਰਨਿੰਗ ਦੀ ਗੱਲ ਹੋ ਰਹੀ ਹੈ, ਟੋਪਿਕ ਐਜ਼ ਅ ਜਸਟ ਐਗਜ਼ਾਮਪਲ ਦਿੱਤਾ ਮੈਂ ਤੁਹਾਨੂੰ, ਠੀਕ ਹੈ। ਤਾਂ ਉੱਥੇ ਕੀ ਹੋ ਸਕਦਾ ਕਿ ਬੱਚਿਆਂ 'ਚ ਕਿੰਨਾ ਕੁ ਪ੍ਰੋਗਰੈਸ ਹੋ ਰਿਹਾ, ਇਹ ਨਾਲ ਇਵੈਲੂਏਟ ਕਰਨਾ ਬਹੁਤ ਜ਼ਰੂਰੀ ਹੈ, ਮਾਪਣਾ ਬਹੁਤ ਜ਼ਰੂਰੀ ਹੈ, ਤਾਂ ਕਿ ਆਪਾਂ ਉਸ ਦੇ ਅਕੋਰਡਿੰਗ ਉਹਨਾਂ ਦੀ ਲਰਨਿੰਗ ਨੂੰ ਕੰਟੀਨਿਊ ਕਰ ਸਕੀਏ, ਠੀਕ ਹੈ ਜੀ।
ਉਹੀ ਅੱਗੇ ਬਿਲਕੁਲ ਸਿੰਪਲ ਜਿਹਾ ਪੁਆਇੰਟ, ਡਾਇਗਨੋਸ ਕਰਨਾ ਪੁਪਿਲ ਦੇ ਪ੍ਰੋਗਰੈਸ ਨੂੰ, ਠੀਕ ਹੈ। ਅਗਰ ਇਵੈਲੂਏਟ ਕਰ ਰਹੇ ਹੋ, ਡਾਇਗਨੋਸ ਕਰਨਾ, ਠੀਕ ਹੈ। ਨੈਕਸਟ ਅਗਰ ਗੱਲ ਕरें मैनेजमेंट ऑफ द क्लास, तो मैनेजमेंट ऑफ द क्लास भी ਜ਼ਰੂਰੀ ਹੈ, ਠੀਕ ਹੈ। ਕਿਹੜੇ ਬੱਚੇ ਉੱਪਰ ਜ਼ਿਆਦਾ ਫੋਕਸ ਦੇਣਾ, ਅਗਰ ਕਲਾਸ ਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ, ਠੀਕ ਹੈ। ਅਤੇ ਇਹ ਵੀ NCERT ਦੁਆਰਾ ਦਿੱਤੇ ਗਏ ਪ੍ਰਿੰਸੀਪਲਸ ਦੇ ਵਿੱਚੋਂ ਇੱਕ ਹੈ, ਜਿਹਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਮੈਨੂੰ ਨਹੀਂ ਲੱਗਦਾ ਜ਼ਰੂਰਤ ਹੈ, ਠੀਕ ਹੈ। ਕਿਉਂਕਿ ਮੈਨੇਜਮੈਂਟ ਆਫ ਕਲਾਸ ਓਬਵੀਅਸ ਗੱਲ ਹੈ ਕਿ ਬੇਸਿਕ ਜਿਹਾ ਪੁਆਇੰਟ ਹੋ ਜਾਂਦਾ ਹੈ। ਐਕਸਟਰਨਲ ਐਨਰਜੀ ਸਟਿਮੂਲਸ ਵੇਰੀਏਸ਼ਨ, ਐਕਸਟਰਨਲ ਐਨਰਜੀ ਬੱਚੇ ਨੂੰ ਟਾਈਮ ਟੂ ਟਾਈਮ ਸੈਮੀਨਾਰ ਦੇ ਵਿੱਚ ਬੱਚਿਆਂ ਨੂੰ ਪਾਰਟੀਸਪੇਟ ਕਰਵਾਉਣਾ, ਕੁਇਜ਼ ਦੇ ਵਿੱਚ ਬੱਚਿਆਂ ਨੂੰ ਪਾਰਟੀਸਪੇਟ ਕਰਵਾਉਣਾ, ਗੇਮਸ ਹੋਣੀਆਂ, ਲੈਂਗੁਏਜ ਨਾਲ ਰਿਲੇਟਡ ਗੇਮਸ ਹੋਣੀਆਂ, ਜੋ ਬਹੁਤ ਸਾਰੀਆਂ ਇੱਦਾਂ ਦੀ ਐਕਟੀਵਿਟੀਜ਼ ਹੋਣੀਆਂ, ਠੀਕ ਹੈ। ਕਲਾਸ ਦੇ ਵਿੱਚ ਬੱਚਿਆਂ ਨੂੰ ਟਾਈਮ ਟੂ ਟਾਈਮ ਪ੍ਰੇਜ਼ ਕਰਨਾ, ਜਾਂ ਫਿਰ ਅਗਰ ਇਹ ਤਾਂ ਸੀਗਾ ਆਪਣਾ ਸਟਿਮੂਲਸ ਵੇਰੀਏਸ਼ਨ, ਠੀਕ ਹੈ। ਮਤਲਬ ਟਾਈਮ ਟੂ ਟਾਈਮ ਬੱਚਿਆਂ ਨੂੰ ਐਕਸਟਰਨਲ ਐਨਰਜੀ ਦਿੰਦੇ ਰਹਿਣਾ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਰਿਸਪੌਂਸ ਮੈਨੇਜਮੈਂਟ, ਤਾਂ ਬੱਚੇ ਕਿੰਨਾ ਕੁ ਆਪਾਂ ਨੂੰ ਰਿਸਪੌਂਸ ਦੇ ਰਹੇ ਨੇ, ਇਹਨਾਂ ਨੂੰ ਵੀ, ਇਹਨਾਂ ਚੀਜ਼ਾਂ ਨੂੰ ਵੀ ਮੈਨੇਜ ਕਰਨਾ ਕਾਫੀ ਜ਼ਰੂਰੀ ਹੈ। ਰਿਸਪੌਂਸ ਦੇਣਾ ਬੱਚਿਆਂ ਦੁਆਰਾ ਮਤਲਬ ਕੀ ਹੈ, ਇੱਕ ਤਰੀਕੇ ਨਾਲ ਆਪਾਂ ਗੱਲ ਕੀਤੀ ਸੀ ਕਿ ਬੱਚੇ ਅਗਰ ਟੀਚਰ 50% ਰਿਸਪੌਂਸ ਦੇ ਰਿਹਾ ਤਾਂ ਬੱਚਿਆਂ ਦਾ ਵੀ 50% ਰਿਸਪੌਂਸ ਹੋਣਾ ਬਹੁਤ ਜ਼ਰੂਰੀ ਹੈ। ਹਾਫ ਪਾਰਟੀਸਪੇਸ਼ਨ ਦੋਨਾਂ ਦੀ ਹੋਣੀ ਚਾਹੀਦੀ ਹੈ, ਟੀਚਰ ਐਂਡ ਸਟੂਡੈਂਟ ਦੀ। ਤਾਂ ਕੀ ਇਹ ਰਿਸਪੌਂਸ ਕਾਫੀ ਜ਼ਰੂਰੀ ਹੈ ਬੱਚਿਆਂ ਦਾ। ਤੁਸੀਂ ਰਿਸਪੌਂਸ ਨੂੰ ਕਿਵੇਂ ਇੰਪਰੂਵ ਕਰ ਸਕਦੇ ਹੋ, ਉਹ ਤੁਹਾਡੇ ਹੱਥ ਦੇ ਵਿੱਚ, ਲਾਈਕ ਤੁਸੀਂ ਸੈਮੀਨਾਰਸ ਔਰਗਨਾਈਜ਼ ਕਰਵਾ ਸਕਦੇ ਹੋ। ਇਹ ਸਾਰਾ ਕੁਛ ਜਿਵੇਂ ਕਿ ਆਪਾਂ ਉੱਪਰ ਵੀ ਗੱਲ ਕਰਕੇ ਆਏ ਹਾਂ ਐਕਸਟਰਨਲ ਐਨਰਜੀ ਦੇ ਵਿੱਚ, ਠੀਕ ਹੈ। ਤਾਂ ਪੀਪਲ ਪਾਰਟੀਸਪੇਸ਼ਨ, ਬੱਚੇ ਕਿੰਨਾ ਕੁ ਪਾਰਟੀਸਪੇਟ ਕਰਦੇ ਨੇ। ਅਗਰ ਬੱਚੇ ਪਾਰਟੀਸਪੇਟ ਨਹੀਂ ਕਰ ਰਹੇ ਤਾਂ ਤੁਸੀਂ ਕੁਛ ਇੱਦਾਂ ਦੀਆਂ ਐਕਟੀਵਿਟੀਜ਼ ਕਰਵਾਓ, ਜੋ ਉਹਨਾਂ ਨਾਲ ਗੱਲਬਾਤ ਕਰੋ, ਜਾਂ ਡਿਬੇਟ ਵਗੈਰਾ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਬੱਚਿਆਂ ਨੂੰ ਪਾਰਟੀਸਪੇਟ ਕਰਨ ਦੀ, ਉਹਨਾਂ ਨੂੰ ਇੰਸਪਾਇਰ ਕਰੋ, ਉਹਨਾਂ ਦਾ ਇੰਟਰਸਟ ਬਣੇ ਕਿ ਉਹ ਵੀ ਅੱਗੇ ਪੁੱਛਣ, ਪਾਰਟੀਸਪੇਟ ਕਰਨ ਤੁਹਾਡੇ ਟੋਪਿਕ ਦੇ ਵਿੱਚ, ਤੁਹਾਡੀ ਕਨਵਰਸੇਸ਼ਨ ਦੇ ਵਿੱਚ, ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਸੀਗੀਆਂ ਜੋ ਕਿ NCERT ਦੁਆਰਾ ਦਿੱਤੇ ਗਏ ਪ੍ਰਿੰਸੀਪਲਸ ਆਪਾਂ ਦੇਖ ਪਾ ਰਹੇ ਹਾਂ, ਠੀਕ ਹੈ। ਕੰਪਲੀਟਲੀ ਆਪਾਂ ਇਹਦੇ ਵਿੱਚ ਡਿਸਕਸ ਕੀਤੇ ਨੇ। ਅਗਰ ਦੇਖਿਆ ਜਾਵੇ ਤਾਂ ਅੱਜ ਇਹ ਜੋ ਟੌਪਿਕ ਹੈ ਉਹ ਕੰਪਲੀਟ ਹੋ ਜਾਂਦਾ, ਠੀਕ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਨੈਕਸਟ ਟੌਪਿਕ ਆਪਣਾ ਹੁਣ ਸਟਾਰਟ ਹੋਏਗਾ ਇੰਗਲਿਸ਼ ਪੈਡਾਗੋਜੀ ਦਾ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਿਲਕੁਲ ਸਾਰੇ ਜੋ ਇੰਪੋਰਟੈਂਟ ਪੁਆਇੰਟਸ ਨੇ ਇਹਦੇ ਵਿੱਚ ਡਿਸਕਸ ਹੋਏ ਨੇ। ਜੇਕਰ ਤੁਹਾਨੂੰ ਕਿਤੇ ਵੀ ਕੋਈ ਵੀ ਡਾਊਟ ਹੈ ਤਾਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਡਾਊਟਸ ਨੂੰ ਪੁੱਛ ਸਕਦੇ ਹੋ, ਠੀਕ ਹੈ। ਤਾਂ ਤੁਹਾਨੂੰ ਉੱਥੇ ਜੋ ਤੁਹਾਡਾ ਰਿਪਲਾਈ ਉਹ ਮਿਲ ਜਾਏਗਾ। ਆਫਟਰ ਦੈਟ ਅਗਰ ਗੱਲ ਕਰੀਏ, ਜੇਕਰ ਤੁਹਾਨੂੰ ਪਸੰਦ ਆਇਆ ਵੀਡੀਓ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ, ਠੀਕ ਹੈ। ਕਿਉਂਕਿ ਮੈਂ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹ ਚੰਗੇ ਤਰੀਕੇ ਨਾਲ ਤਿਆਰੀ ਕਰ ਸਕਣ। ਤਾਂ ਇੱਕ ਤਰੀਕੇ ਨਾਲ ਹੁਣ ਅਗਰ ਆਪਾਂ ਗੱਲ ਕਰੀਏ ਕਿ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਨੇ ਜੋ ਤਿਆਰੀ ਕਰਨਾ ਚਾਹੁੰਦੇ ਨੇ, ਠੀਕ ਹੈ। ਜ਼ਿਆਦਾਤਰ ਸਟੂਡੈਂਟ ਤਾਂ ਇੱਦਾਂ ਦੇ ਹੁੰਦੇ ਆ ਕਿ ਨੋਟੀਫਿਕੇਸ਼ਨ ਆਏਗਾ, ਆਫਟਰ ਦੈਟ ਆਪਾਂ ਤਿਆਰੀ ਸ਼ੁਰੂ ਕਰਾਂਗੇ, ਪਰ ਨਹੀਂ, ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਵੀ ਹੁੰਦੇ ਆ ਜੋ ਤਿਆਰੀ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਮਟੀਰੀਅਲ ਨਹੀਂ ਮਿਲ ਪਾ ਰਿਹਾ। ਤਾਂ ਉਹਨਾਂ ਲਈ ਇਹ ਪੂਰਾ ਦਾ ਪੂਰਾ ਚੈਨਲ ਆਪਾਂ ਕਹਾਂਗੇ ਕਿ ਹੈਲਪਫੁਲ ਹੋਏਗਾ। ਤਾਂ ਬਿਲਕੁਲ ਸ਼ੇਅਰ ਕਰੋ, ਇੱਦਾਂ ਦੇ ਸਟੂਡੈਂਟ ਤੱਕ ਪਹੁੰਚ ਸਕੇ ਇਨਫੋਰਮੇਸ਼ਨ। ਔਰ ਅਗਰ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ, ਠੀਕ ਹੈ ਜੀ। ਔਰ ਨੋਟਸ ਲਈ ਇੱਕ ਟਾਈਮ ਲਿਮਿਟ ਹੈ, ਮੈਂ ਤੁਹਾਨੂੰ ਮੇਬੀ ਪ੍ਰੀਵੀਅਸ ਵੀਡੀਓ ਦੇ ਵਿੱਚ ਦੱਸਿਆ ਸੀ ਜਾਂ ਨਹੀਂ, ਬਟ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਜੋ ਨੋਟਸ ਨੇ ਜੋ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਸੈਂਡ ਕਰ ਦਿੱਤੇ ਜਾਂਦੇ ਨੇ, ਉਹਨਾਂ ਦੀ ਇੱਕ ਲਿਮਿਟ ਹੋਏਗੀ। ਲਿਮਿਟ ਮੀਨ ਟੂ ਸੇ ਇੱਕ ਟਾਈਮ 'ਤੇ ਆ ਕੇ, ਹਾਲੇ ਨਹੀਂ, ਬੜੀ ਜਲਦੀ ਨਹੀਂ, ਬਟ ਇੱਕ ਟਾਈਮ 'ਤੇ ਆ ਕੇ ਉਹ ਸਾਰੇ ਜੋ ਨੋਟਸ ਨੇ ਸ਼ਾਇਦ ਟੈਲੀਗ੍ਰਾਮ ਚੈਨਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਨਾ ਮਿਲਣ, ਠੀਕ ਹੈ। ਤਾਂ ਤੁਸੀਂ ਜਿੰਨੀ ਜਲਦੀ ਹੋ ਸਕੇ ਆਪਣੀ ਤਿਆਰੀ ਕਰਨਾ ਸ਼ੁਰੂ ਕਰੋ, ਕਿਉਂਕਿ ਇਸ ਟਾਈਮ ਤੁਹਾਨੂੰ ਸਾਰਾ ਕੁਝ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਵਾਇਆ ਜਾ ਰਿਹਾ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰਾ ਕੁਛ ਚੈਨਲ ਦੇ ਉੱਪਰ, ਠੀਕ ਹੈ। ਤਾਂ ਚਲੋ ਫਿਰ ਠੀਕ ਹੈ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਕੰਟੀਨਿਊ ਕਰਾਂਗੇ ਟੌਪਿਕਸ ਨੂੰ। ਅਤੇ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਜ਼ਰੂਰ ਕਰੋ ਇਸ ਚੈਨਲ ਨੂੰ ਜੇ ਨਵੇਂ ਹੋ ਤਾਂ। ਥੈਂਕ ਯੂ।